ਹੱਥਾਂ ਵਿੱਚ ਚੂੜਾ ਪਾਇਆ ਤੇ ਨਾਲ ਦੀ ਨਾਲ ਹੀ ਤੁਸੀਂ ਉਹਨਾਂ ਦਾ ਸਾਥ ਵੀ ਦਿੱਤਾ ਹੈ। ਔਰ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਸ ਰੁਜ਼ਗਾਰ ਨੂੰ ਉਹਨਾਂ ਦੇ ਨਾਲ ਉਜਾਗਰ ਕਰਨ ਦੇ ਵਿੱਚ? ਇਹਦੇ ਵਿੱਚ ਕਿੰਨੀ ਕੁ ਭੂਮਿਕਾ ਤੁਹਾਡੀ ਸੀ? ਸਟਾਰਟਿੰਗ ਦੇ ਵਿੱਚ ਥੋੜੀਆਂ ਪ੍ਰੋਬਲਮ ਆਈਆਂ ਬਟ ਦੋਨੇ ਜਾਣੇ ਲੱਗੇ ਸੋ ਬਹੁਤ ਵਧੀਆ। ਜਦੋਂ ਚੂੜਾ ਪਾ ਕੇ ਆਏ ਸੀ ਉਦੋਂ ਪਤਾ ਸੀਗਾ ਵੀ ਇੱਥੇ ਆ ਕੇ ਵੀ ਇੰਨੀ ਮਿਹਨਤ ਨਾਲ ਕਰਨੀ ਪਏਗੀ? ਨਹੀਂ ਜੀ, ਬਿਲਕੁਲ ਨਹੀਂ ਸੀ ਅੰਦਾਜ਼ਾ ਇਸ ਚੀਜ਼ ਦਾ। ਕੀ ਲੈ ਕੇ ਆਏ ਹੋ? ਸਾਨੂੰ ਜ਼ਰੂਰ ਅੱਜ ਦਿਖਾਓ ਤੇ ਕਿੱਥੇ ਲੱਗਿਆ ਹੋਇਆ ਇਹ ਵੀ ਅਸੀਂ ਜ਼ਰੂਰ ਜਾਣ। ਹਾਂ ਜੀ, ਸਭ ਤੋਂ ਪਹਿਲਾਂ ਤਾਂ ਅਸੀਂ 2010 ਦੇ ਵਿੱਚ ਅਫਰੀਕਾ ਇਥੋਪੀਆ ਗਏ। ਉੱਥੇ ਵੀ ਖੇਤੀ ਕਰਨ ਬਾਰੇ ਹੀ ਸੋਚਿਆ ਸੀ। ਮਤਲਬ ਕਿ 11 ਸਾਲ ਹੋ ਗਏ ਨੇ ਜਿਹੜੇ ਵੱਡੇ ਬੂਟੇ ਨੇ ਤੇ ਇਹਨਾਂ ਦੇ ਵਧੀਆ ਹਰ ਸਾਲ ਅਸੀਂ ਮਤਲਬ ਕਿ ਫਰੂਟਿੰਗ ਲੈ ਰਹੇ ਹਾਂ ਜੀ ਤੇ ਕੁਇੰਟਲਾਂ ਦੇ ਹਿਸਾਬ ਨਾਲ ਇਹਨਾਂ ਇਹ ਐਵੋਕਾਡੋ ਦਾ ਬੂਟਾ ਹੈਗਾ? ਹਾਂ ਜੀ, ਇਹ ਐਵੋਕਾਡੋ ਦਾ ਬੂਟਾ ਵਾ ਜੀ। ਪੰਜਾਬੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹਨੂੰ ਕਹਿ ਲਈਏ ਕਿ ਮੱਖਣ ਫਲ ਕਿਹਾ ਜਾਂਦਾ। ਉਹ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਦਾ ਅੰਦਰੋਂ ਸਾਰਾ ਮੱਖਣ ਵਰਗਾ ਹੀ ਇਹਦਾ ਇੰਨੀ ਸੌਫਟਨੈਸ ਹੁੰਦੀ ਆ। ਫਿਰ ਚਾਹੇ ਤੁਸੀਂ ਆਪਣੇ ਹੱਥ ਦੇ ਉੱਪਰ ਇਹਨੂੰ ਮਲ ਕੇ ਵੇਖ ਲਓ, ਇਹਦੀਆਂ ਕਰੀਮਸ ਵਗੈਰਾ ਵੀ ਬਣਦੀਆਂ ਨੇ, ਸ਼ੇਕ ਵਗੈਰਾ ਉਹ ਮੱਖਣ ਦੀ ਤਰ੍ਹਾਂ ਹੀ ਵਰਤਿਆ ਜਾ। ਸਬਜ਼ੀ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਘੋਲ ਸਕਦੇ ਹਾਂ ਜੀ ਕਿ ਵੀ ਜਦੋਂ ਇਹਦਾ ਇੱਕ ਵਾਰੀ ਸ਼ੇਕ ਪੀ ਲਓ, ਹੁਣ ਲੀਟਰ ਅੱਧਾ ਲੀਟਰ ਜਦੋਂ ਸ਼ੇਕ ਹੋਊਗਾ ਤੁਹਾਡੀ ਬੋਡੀ ਦੇ ਅੰਦਰ ਗਿਆ ਤੇ ਫਿਰ ਤੁਹਾਨੂੰ ਭੁੱਖ ਕਿੱਥੇ ਲੱਗਦੀ ਹੈ ਜੀ। ਤੇ ਬਹੁਤ ਵਧੀਆ ਚੀਜ਼ ਹੈ। ਫਿਰ ਇਸੇ ਤਰ੍ਹਾਂ ਹੀ ਅਸੀਂ ਉੱਥੋਂ ਸੋਚਿਆ ਚਲੋ ਕਿ ਪੰਜਾਬ ਭੇਜਦੇ ਆ, ਨਾਲੇ ਉੱਥੇ ਟੇਸਟ ਕਰਨਗੇ। ਇਹ ਦੱਸੋ ਵੀ ਇਹ ਅਸਲ ਦੇ ਵਿੱਚ ਫਰੂਟ ਹੈ ਕਿੱਥੋਂ ਦਾ ਹੈ? ਇਹਦਾ ਬੈਕਗ੍ਰਾਉਂਡ ਕਿੱਥੋਂ ਦਾ ਹੈ? ਸ਼ੁਰੂਆਤ ਕਿੱਥੋਂ ਹੋਈ ਹੈ ਔਰ ਤੁਸੀਂ ਕਿੱਦਾਂ ਇਹਨੂੰ ਇੱਥੇ ਲੈ ਕੇ? ਇਹ ਜੀ ਇਹਦੀ ਪੈਦਾਇਸ਼ ਮੈਕਸੀਕੋ ਦੇ ਦੇਸ਼ਾਂ ਦੀ ਆ। ਮੈਕਸੀਕੋ ਦਾ ਹੋ ਗਿਆ, ਸਾਊਥ ਨਾਰਥ ਅਮਰੀਕਾ ਵਗੈਰਾ, ਉੱਧਰ ਪੇਰੂ ਆਵੇ ਤੇ ਉਧਰ ਲਾਗੇ ਬਨੇ ਗੁਆਟਾਮਾਲਾ ਵਗੈਰਾ ਹੋ ਗਏ, ਉਧਰ ਦੀਆਂ ਬਰੀਡ ਵਗੈਰਾ ਨੇ ਸਾਰੀਆਂ। ਕੈਲੀਫੋਰਨੀਆ 'ਚ ਵੀ ਇਹਦੀ ਵਧੀਆ ਖੇਤੀ ਹੋ ਰਹੀ ਆ। ਹੋਰ ਯਾਨੀ ਕਿ ਪੰਜਾਬ ਦੀ ਧਰਤੀ ਇਹਨੂੰ ਉਗਾਉਣ ਦੇ ਲਈ ਪੂਰੀ ਪਰਫੈਕਟ ਹੈ। ਹਾਂਜੀ, ਪੂਰੀ ਪਰਫੈਕਟ ਆ। ਹੁਣ ਤੇ 2-3 ਜਗ੍ਹਾ ਹੋਰ ਵੀ ਇੱਦਾਂ ਹੀ ਸੱਜਣਾ ਨੇ ਬੂਟੇ ਲਿਆਂਦੇ ਸੀ ਬਾਹਰੋਂ, ਉਹਨਾਂ ਦਾ ਵੀ ਪਤਾ ਲੱਗਿਆ। ਆਵਾਕਾਡੋ ਫਰੂਟ ਇਹੋ ਜਿਹਾ ਵਾ ਜਿੱਥੇ ਸ਼ਾਇਦ ਪੰਜਾਬ ਦੇ ਵਿੱਚ ਬਹੁਤ ਘੱਟ ਲੋਕੀ ਜਾਣਦੇ ਨੇ। ਜਿਨ੍ਹਾਂ ਦੇ ਕੋਈ ਰਿਲੇਟਿਵ ਬਾਹਰ ਨੇ ਉਹੀ ਜਾਣਦੇ ਨੇ ਜਿਨ੍ਹਾਂ ਬਾਹਰ ਟੇਸਟ ਕੀਤਾ ਹੈ। ਬਟ ਇਹੋ ਜਿਹਾ ਫਰੂਟ ਆ ਦੁਨੀਆ 'ਤੇ ਜਿਹਨੂੰ ਬੈਸਟ ਮੰਨਿਆ ਗਿਆ ਵਾ। ਅਸੀਂ ਚਾਹੁੰਦੇ ਹਾਂ ਵੀ ਘਰ ਦੇ ਵਿੱਚ ਉਹ ਵੀ ਫਰੂਟ ਹੋਣਾ ਚਾਹੀਦਾ। ਡਰੈਗਨ ਫਰੂਟ ਵੀ ਇੱਥੇ ਹੈਗਾ ਆ। ਔਰ ਜੇ ਹੁਣ ਇਹਦੀ ਵੀ ਗੱਲ ਕਰਦੇ ਆ ਤਾਂ ਬੜਾ ਅੱਜ ਕੱਲ੍ਹ ਯੂਜ਼ ਹੁੰਦਾ ਹੈ। ਡਾਕਟਰਸ ਬੜਾ ਸੁਜੈਸਟ ਕਰਦੇ ਨੇ ਇਹਨੂੰ ਵੀ ਆਮ ਤੌਰ ਦੇ ਉੱਪਰ ਪੇਸ਼ੈਂਟਸ ਨੂੰ। ਹਾਂਜੀ, ਡਰੈਗਨ ਫਰੂਟ ਵੀ ਇੱਕ ਬਹੁਤ ਵਧੀਆ ਲਾਹੇਵੰਦ ਵਾਲੀ ਖੇਤੀ ਸਾਬਤ ਹੋ ਚੁੱਕਾ ਵਾ। ਔਰ ਇਹਨੂੰ ਮਤਲਬ ਕਿ ਪੰਜਾਬ ਦਾ ਮੌਸਮ ਇੰਨਾ ਸੈੱਟ ਆਇਆ ਕਿ ਵੀ ਬਹੁਤ ਵਧੀਆ, ਬਹੁਤ ਏਰੀਏ ਦੇ ਵਿੱਚ ਇਹਦੀ ਕਲਟੀਵੇਸ਼ਨ ਹੋਣ ਲੱਗ ਪਈ। ਬੇਸ਼ੱਕ ਰੁਜ਼ਗਾਰ ਹੈ ਪਰ ਉਹਦੇ ਥਰੂ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕਿਸਾਨ ਕਿਸਾਨੀ ਕਰਦਾ ਹੈ ਨਾ ਤਾਂ ਉਹ ਅੰਨ ਉਗਾ ਕੇ ਦਿੰਦਾ ਹੈ। ਫਿਰ ਤੁਹਾਡੇ ਹਸਬੈਂਡ ਵੀ ਇਹ ਰੁਜ਼ਗਾਰ ਕਰ ਰਹੇ ਨੇ। ਸੋ ਇਹਦੇ ਥਰੂ ਕੀ ਉਹਨਾਂ ਦੀ ਅਸਲ ਮੋਟਿਵ ਕੀ ਚਾਹੁੰਦੇ ਕੀ ਹੈ ਕਿ ਪੰਜਾਬ ਵਿੱਚ ਕਿਹੋ ਜਿਹੀ ਦੇਣਾ ਚਾਹੁੰਦੇ? ਦੇਖੋ ਜੀ, ਪਹਿਲਾਂ ਤਾਂ ਡਰੈਗਨ ਆਪਣੇ ਵੀ ਪੰਜਾਬ ਵਿੱਚ ਹੈ ਨਹੀਂ ਸੀ। ਬਿਲਕੁਲ ਥੋੜੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਹੈ, ਉਹਨਾਂ ਨੂੰ ਵੀ ਇੰਨਾ ਵਧੀਆ ਰਿਸਪੌਂਸ ਮਿਲਿਆ ਵਾ। ਸਾਡੇ ਨਾਲ ਕੰਨੈਕਟ ਦੇ ਵਿੱਚ ਨੇ ਉਹ ਵਾਲੇ ਫਾਰਮ ਵੀ। ਠੀਕ, ਸੋ ਬਹੁਤ ਵਧੀਆ ਕਿ ਤੁਸੀਂ ਇੱਕ ਅੱਛੇ ਤਰੀਕੇ ਦੇ ਨਾਲ ਹੱਥਾਂ 'ਚ ਚੂੜਾ ਪਾ ਕੇ ਮਿੱਟੀ ਨਾਲ ਮਿੱਟੇ ਹੋਏ ਹੋ ਤੇ ਅੱਜ ਰੁਜ਼ਗਾਰ ਨੂੰ ਸਥਾਪਿਤ ਜਿਹੜਾ ਉਹ ਤੁਸੀਂ ਕਰ ਰਹੇ ਹੋ। ਹਾਂਜੀ ਜੀ, ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ। ਉਸ ਟਾਈਮ ਲੱਗਦਾ ਸੀਗਾ ਪ੍ਰੋਬਲਮ ਬਟ ਨਹੀਂ, ਅੱਜ ਬਹੁਤ ਵਧੀਆ। ਮਾਸਟਰਸ ਕੀਤੀ ਹੋਈ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ ਤੇ ਨਾਲ ਦੀ ਨਾਲ ਹੀ ਹੁਣ ਮਾਸਟਰਸ ਜਿਹੜੀ ਆ ਖੇਤੀ ਵਿੱਚ ਵੀ ਲਗਭਗ ਹੋ ਹੀ ਚੁੱਕੀ ਹੈ ਕਿਉਂਕਿ ਇੰਨੀ ਕੁ ਪ੍ਰੈਕਟਿਸ ਤਾਂ ਤੁਹਾਡੀ ਹੁਣ ਹੋ ਹੀ ਗਈ ਹੋਣੀ। ਹੁਣ ਤਾਂ ਤੁਹਾਨੂੰ ਸਾਰਾ ਪਤਾ ਹੋਣਾ ਕਿ ਖੇਤੀ ਕਿੱਦਾਂ ਹੁੰਦੀ ਹੈ। ਹਾਂਜੀ ਜੀ, ਬਸ ਜਦੋਂ ਕਹਿੰਦੇ ਲੱਗ ਪਈਏ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ। ਅੱਜ ਤੁਹਾਨੂੰ ਅਸੀਂ ਨਵੀਂ ਖੇਤੀ ਬਾਰੇ ਦੱਸਾਂਗੇ ਕਿ ਪੰਜਾਬ ਵਿੱਚ ਫਸਲੀ ਚੱਕਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਿਵੇਂ ਹੋਰ ਤਰੀਕਿਆਂ ਦੇ ਨਾਲ ਹੋਰਨਾਂ ਰੁੱਖਾਂ ਦੇ ਨਾਲ, ਫਲਾਂ ਦੇ ਨਾਲ ਜਾਂ ਹੋਰ ਫਸਲ ਦੇ ਨਾਲ ਜੁੜਿਆ ਜਾ ਸਕਦਾ ਹੈ। ਸਾਡੇ ਨਾਲ ਮੌਜੂਦ ਨੇ ਹਰਮਨਪ੍ਰੀਤ ਸਿੰਘ ਤੇ ਉਹ ਕਿਸ ਤਰ੍ਹਾਂ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੇ ਨੇ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਦੇ ਹਾਂ। ਡਰੈਗਨ ਫਰੂਟ ਨੂੰ ਤੁਸੀਂ ਦੇਖਿਆ ਹੋਊਗਾ, ਐਵੋਕਾਡੋ ਨੂੰ ਦੇਖਿਆ ਹੋਊਗਾ। ਸੋ ਅੱਜ ਖੇਤੀ ਕਿੱਦਾਂ ਹੁੰਦੀ ਹੈ, ਕਿਵੇਂ ਬੂਟੇ ਤਿਆਰ ਹੁੰਦੇ ਨੇ ਪੰਜਾਬ ਵਿੱਚ, ਕਿਸ ਪ੍ਰਕਾਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੈ ਕੇ ਆਏ ਨੇ, ਕਿੱਥੋਂ ਲੈ ਕੇ ਆਏ ਨੇ, ਕਿੱਥੋਂ ਦਾ ਫਰੂਟ ਹੈਗਾ ਡਰੈਗਨ ਐਵੋਕਾਡੋ, ਕਿੱਥੋਂ ਦਾ, ਸਾਰੀ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ KTV ਤੇ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਤੁਹਾਡਾ ਸਾਡੇ ਫਾਰਮ ਤੇ ਆਉਣ ਲਈ। ਸੋ ਫਾਰਮ ਬੜਾ ਸੋਹਣਾ ਹੈ, ਬੜਾ ਖੂਬਸੂਰਤ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿਉਂਕਿ ਬੜੀ ਹਰਿਆਲੀ ਹੈ ਤੇ ਮੈਨੂੰ ਲੱਗਦਾ ਵੀ ਸੂਰਜ ਦਿਸਦਾ ਨਹੀਂ ਹੈ ਇੱਥੇ।
ਬਸ ਜੀ ਇਦਾਂ ਦੇ ਜੰਗਲ ਅਸੀਂ ਅਫਰੀਕਾ 'ਚ ਵੇਖਦੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਚਲੋ ਉਹਨਾਂ ਜਿਨ੍ਹਾਂ ਤੇ ਵੇਖੋ ਜੇ ਟਾਈਮ ਲੱਗੂਗਾ। ਇੱਥੇ ਹੌਲੀ ਹੌਲੀ ਜੰਗਲ ਬਣ ਰਹੇ ਨੇ ਤੇ ਇਹ ਘਰ 'ਚ ਬਣਾਇਆ ਹੋਇਆ ਜੰਗਲ। ਹਾਂਜੀ ਬਸ ਜਿੱਥੋਂ ਵੀ ਬੂਟਾ ਮਿਲਿਆ ਉਹਨੂੰ ਲਿਆ ਕੇ ਲਗਾਉਣ ਦੀ ਫਿਰ ਪਾਲਣ ਦੀ ਕੋਸ਼ਿਸ਼ ਕਰੀ ਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਜਦੋਂ ਜ਼ਿੰਦਗੀ ਦੇ ਸਫ਼ਰ ਤੇ ਕਦੀ ਕਿਤੇ ਗਏ ਤਾਂ ਉੱਥੇ ਕੋਸ਼ਿਸ਼ ਕੀਤੀ ਕਿ ਉੱਥੋਂ ਵਧੀਆ ਚੀਜ਼ ਪੰਜਾਬ ਲਿਆਂਦੀ ਜਾਵੇ ਜੀ। ਕੀ ਲੈ ਕੇ ਆਏ ਹੋ ਸਾਨੂੰ ਜ਼ਰੂਰ ਅੱਜ ਦਿਖਾਓ ਤੇ ਕਿੱਥੇ ਲੱਗਿਆ ਹੋਇਆ ਇਹ ਵੀ ਅਸੀਂ ਜ਼ਰੂਰ ਜਾਣਾਂਗੇ। ਹਾਂ ਜੀ, ਸਭ ਤੋਂ ਪਹਿਲਾਂ ਤੇ ਅਸੀਂ 2010 ਦੇ ਵਿੱਚ ਅਫਰੀਕਾ ਇਥੋਪੀਆ ਗਏ। ਉੱਥੇ ਵੀ ਖੇਤੀ ਕਰਨ ਬਾਰੇ ਹੀ ਸੋਚਿਆ ਸੀ ਤੇ ਉੱਥੇ ਜਦੋਂ ਗਏ ਤੇ ਅਸੀਂ ਸਭ ਤੋਂ ਪਹਿਲਾਂ ਕਹਿ ਲਓ ਕਿ ਵੀ ਜਿਸ ਤਰ੍ਹਾਂ ਆਵਾਕਾਡੋ ਮਸ਼ਹੂਰ ਆ ਕਿ ਵੀ ਜਿਹਨੂੰ ਵੀ ਜਦੋਂ ਵੀ ਵਰਕਰ ਨੇ ਕੰਮ ਤੇ ਜਾਣਾ ਹੁੰਦਾ ਉਹ ਇਹਦਾ ਇੱਕ ਗਲਾਸ ਪੀ ਲੈਂਦੇ ਆ। ਕਹਿ ਲਓ ਕਿ ਪੈਟਰੋਲ ਭਰ ਲੈਂਦੇ, ਡੀਜ਼ਲ ਭਰ ਲੈਂਦੇ ਆਪਣੀ ਬੋਡੀ ਦੇ ਵਿੱਚ ਤੇ ਉਹ ਫਿਰ ਪੂਰੇ ਜੋਸ਼ ਨਾਲ ਕੰਮ ਕਰਦੇ ਆ ਤੇ ਪੂਰਾ ਦਿਨ ਭੁੱਖ ਨਹੀਂ ਲੱਗਣ ਦਿੰਦਾ। ਹੁਣ ਅਸੀਂ ਖੁਦ ਪਰਤਾ ਕੇ ਇਹ ਚੀਜ਼ ਵੇਖੀ ਆ ਕਿ ਵੀ ਜਦੋਂ ਇਹਦਾ ਇੱਕ ਵਾਰੀ ਸ਼ੇਕ ਪੀ ਲਓ, ਹੁਣ ਅੱਧਾ ਲੀਟਰ ਜਦੋਂ ਸ਼ੇਕ ਹੋਊਗਾ ਤੁਹਾਡੇ ਬੋਡੀ ਦੇ ਅੰਦਰ ਗਿਆ ਤੇ ਫਿਰ ਤੁਹਾਨੂੰ ਭੁੱਖ ਕਿੱਥੇ ਲੱਗਦੀ ਹੈ ਜੀ। ਤੇ ਬਹੁਤ ਵਧੀਆ ਚੀਜ਼ ਆ। ਫਿਰ ਇਸੇ ਤਰ੍ਹਾਂ ਹੀ ਅਸੀਂ ਉੱਥੋਂ ਸੋਚਿਆ ਚਲੋ ਕਿ ਪੰਜਾਬ ਭੇਜਦੇ ਆ, ਨਾਲੇ ਉੱਥੇ ਟੇਸਟ ਕਰਨਗੇ ਤੇ ਨਾਲੇ ਇਹਨੂੰ ਉਗਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਉਹ ਸਾਨੂੰ ਮਤਲਬ ਕਿ 11 ਸਾਲ ਹੋ ਗਏ ਨੇ ਜਿਹੜੇ ਵੱਡੇ ਬੂਟੇ ਨੇ ਤੇ ਇਹਨਾਂ ਦੇ ਵਧੀਆ ਹਰ ਸਾਲ ਅਸੀਂ ਮਤਲਬ ਕਿ ਫਰੂਟਿੰਗ ਲੈ ਰਹੇ ਹਾਂ ਜੀ। ਤੇ ਕੁਇੰਟਲਾਂ ਦੇ ਹਿਸਾਬ ਨਾਲ ਇਹ ਐਵੋਕਾਡੋ ਦਾ ਬੂਟਾ ਹੈਗਾ। ਹਾਂਜੀ, ਇਹ ਐਵੋਕਾਡੋ ਦਾ ਬੂਟਾ ਵਾ ਜੀ। ਇਹ ਸਾਡੇ ਕੋਲ ਪਰਲਾ 11 ਸਾਲ ਦਾ ਵਾ ਜੀ ਤੇ ਉਰਲਾ ਕੋਈ 7 ਸਾਲ ਦਾ ਹੋ ਗਿਆ। ਇਹ ਅਲੱਗ-ਅਲੱਗ ਵੈਰਾਈਟੀਆਂ ਨੇ ਤੇ ਗੁਰਦਿਆਲ ਇਹ ਜ਼ਰੂਰ ਦਿਖਾਇਆ ਜਾਵੇ ਇਹ ਫਰੂਟ ਹੈਗਾ ਐਵੋਕਾਡੋ। ਇਸ ਤਰ੍ਹਾਂ ਇਹਨੂੰ ਪੰਜਾਬੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇਹਨੂੰ ਕਹਿ ਲਈਏ ਕਿ ਮੱਖਣ ਫਲ ਕਿਹਾ ਜਾਂਦਾ। ਉਹ ਇਸ ਕਰਕੇ ਕਿਹਾ ਜਾਂਦਾ ਕੋਈ ਇਹਦਾ ਅੰਦਰੋਂ ਸਾਰਾ ਮੱਖਣ ਵਰਗਾ ਹੀ ਇਹਦਾ ਇੰਨੀ ਸੌਫਟਨੈਸ ਹੁੰਦੀ ਆ। ਫਿਰ ਚਾਹੇ ਤੁਸੀਂ ਆਪਣੇ ਹੱਥ ਦੇ ਉੱਪਰ ਇਹਨੂੰ ਮਲ ਕੇ ਵੇਖ ਲਓ, ਇਹਦੀਆਂ ਕਰੀਮਸ ਵਗੈਰਾ ਵੀ ਬਣਦੀਆਂ ਨੇ, ਸ਼ੇਕ ਵਗੈਰਾ ਉਹ ਮੱਖਣ ਦੀ ਤਰ੍ਹਾਂ ਹੀ ਵਰਤਿਆ ਜਾ। ਸਬਜ਼ੀ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਘੋਲ ਸਕਦੇ ਹਾਂ ਜੀ ਇਹਨੂੰ। ਸੋ ਇਹਦਾ ਲਾਹਾ ਜਿਹੜਾ ਇੱਥੇ ਸੇਲ ਜਿਵੇਂ ਤੁਸੀਂ ਸਟਾਰਟ ਕੀਤਾ ਹੈ, ਤੁਸੀਂ ਖੁਦ ਵੀ ਇਹ ਬੂਟੇ ਅਸੀਂ ਦੇਖ ਰਹੇ ਹਾਂ ਵੀ ਬਣਾਏ ਹੋਏ ਨੇ, ਇੱਥੇ ਹੀ ਤਿਆਰ ਕੀਤੇ ਹੋਏ ਨੇ। ਇਹਦਾ ਪ੍ਰੋਫਿਟ ਬੂਟੇ ਦਾ ਇਹਦਾ ਜਿਹੜਾ ਫਲ ਦਾ ਕਿੰਨਾ ਕੁ ਜਿਹੜਾ ਇੱਥੇ ਪੰਜਾਬ ਦੇ ਵਿੱਚ ਹੈਗਾ ਕਿ ਜਿਹੜੇ ਕਿਸਾਨ ਫਸਲੀ ਚੱਕਰ ਤੋਂ ਨਿਕਲ ਕੇ ਇਹਨੂੰ ਅਡਾਪਟ ਕਰਨ, ਸੋ ਉਹਨਾਂ ਨੂੰ ਇੱਕ ਇਹਦਾ ਪਤਾ ਵੀ ਲੱਗਣਾ ਚਾਹੀਦਾ ਨੇ ਕਿ ਪ੍ਰੋਫਿਟ ਕੀ ਹੋਊਗਾ। ਵੇਖੋ ਜੀ, ਫਿਲਹਾਲ ਤਕਰੀਬਨ ਜਿਹੜਾ ਤੇ ਵਧੀਆ ਵੈਰਾਈਟੀਜ਼ ਆਵਾਕਾਡੋਸ ਦੀਆਂ ਨੇ ਉਹ ਸਾਰੀਆਂ ਇੰਪੋਰਟਡ ਹੀ ਨੇ ਜੀ। ਤੇ ਸਾਡੇ ਨੂੰ ਖੁਸ਼ੀ ਆ ਕਿ ਵੀ ਸਾਡੇ ਕੋਲ ਬਹੁਤ ਵਧੀਆ ਵੈਰਾਈਟੀਜ਼ ਨੇ। ਜੁਲਾਈ ਅਗਸਤ ਵਿੱਚ ਕਿਸਾਨ ਆਉਂਦੇ ਨੇ ਜਿਨ੍ਹਾਂ ਨੇ ਬਾਹਰ ਖਾਧਾ ਵਾ, ਉਹਨਾਂ ਨੂੰ ਪਤਾ ਕਿ ਵੀ ਇਹ ਵੈਰਾਈਟੀ ਦਾ ਟੇਸਟ ਕਿਵੇਂ ਦਾ। ਤੇ ਹੁਣ ਸਾਊਥ ਦੇ ਵਿੱਚ ਵੀ ਵੈਰਾਈਟੀਜ਼ ਨੇ ਉਹ ਵੀ ਸਾਡੇ ਕੋਲ ਲੱਗੀਆਂ ਹੋਈਆਂ ਨੇ, ਉਹਨਾਂ ਦਾ ਟੇਸਟ ਅਲੱਗ ਦਾ। ਪਰ ਇਹ ਹੈ ਕਿ ਵੀ ਜਿਹੜੀਆਂ ਅਸੀਂ ਉਹੀ ਵੈਰਾਈਟੀ ਜੇ ਅਸੀਂ ਅਫਰੀਕਾ ਖਾਧੀ ਜਾਂ ਆਸਟ੍ਰੇਲੀਆ ਖਾਧੀ ਆ, ਉਹਦਾ ਤੇ ਇੱਥੇ ਦਾ ਟੇਸਟ ਦਾ ਕਾਫੀ ਡਿਫਰੈਂਸ ਆ ਰਿਹਾ, ਫਰਕ ਪੈ ਚੁੱਕਾ ਵਾ। ਜ਼ਮੀਨ ਪੌਣ ਪਾਣੀ ਵਧੀਆ ਹੋਣ ਕਰਕੇ ਸਾਡਾ ਤੇ ਉਹਦੇ ਵਿੱਚ ਥੋੜੀ ਜਿਹੀ ਕਰੀਮੀ ਤੇ ਮਿਠਾਸ ਜਿਹੜੀ ਆ ਉਹ ਆਈ ਆ ਜੀ। ਯਾਨੀ ਕਿ ਪੰਜਾਬ ਦੀ ਧਰਤੀ ਇਹਨੂੰ ਉਗਾਉਣ ਦੇ ਲਈ ਪੂਰੀ ਪਰਫੈਕਟ ਹੈ। ਹਾਂਜੀ, ਪੂਰੀ ਪਰਫੈਕਟ ਆ। ਹੁਣ ਤੇ 2-3 ਜਗ੍ਹਾ ਹੋਰ ਵੀ ਇਦਾਂ ਹੀ ਸੱਜਣਾ ਨੇ ਬੂਟੇ ਲਿਆਂਦੇ ਸੀ ਬਾਹਰੋਂ, ਉਹਨਾਂ ਦਾ ਵੀ ਪਤਾ ਲੱਗਿਆ ਤੇ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਤੇ ਹੁਣ ਕਹਿ ਲਓ ਕਿ ਪੰਜਾਬ ਦੇ ਵਿੱਚ ਕਾਫੀ ਬੂਟੇ ਅਸੀਂ ਦੇ ਚੁੱਕੇ ਹਾਂ, ਲੱਗ ਚੁੱਕੇ ਨੇ ਤੇ 3-4 ਸਾਲਾਂ 5 ਸਾਲਾਂ ਬਾਅਦ ਕਮਰਸ਼ੀਅਲ ਪ੍ਰੋਡਕਸ਼ਨ ਜਿਹੜੀ ਆ ਉਹ ਥੋੜੀ ਬਹੁਤੀ ਹੋਣੀ ਸ਼ੁਰੂ ਹੋ ਜਾਊਗੀ। ਤੇ ਜੇ ਆਪਾਂ ਰੇਟ ਵਾਈਜ਼ ਗੱਲ ਕਰੀਏ ਤੇ ਵੇਖੋ ਜੀ, ਰਿਟੇਲ ਤੇ 500 ਰੁਪਏ ਅੱਜ ਚੱਲ ਰਿਹਾ ਵਾ, ਲੋਕਲ ਦਾ ਤੇ 1000-1200 ਰੁਪਏ ਬਾਹਰ ਵਾਲੀ ਦਾ ਚੱਲ ਰਿਹਾ ਵਾ। ਪਰ ਜਦੋਂ ਕਮਰਸ਼ੀਅਲ ਪ੍ਰੋਡਕਸ਼ਨ ਆਊਗੀ ਤੇ ਜੇ ਸਾਨੂੰ 100-150 ਰੁਪਇਆ ਵੀ ਪਰ ਕਿਲੋ ਮਿਲ ਜਾਵੇ ਤੇ ਹੁਣ ਜਿਸ ਤਰ੍ਹਾਂ 150 ਤੋਂ 200 ਬੂਟਾ ਏਕੜ ਦੇ ਵਿੱਚ ਲੱਗਦਾ ਵਾ, 50-60 ਕਿਲੋ ਜੇ ਅਸੀਂ ਉਹਦੀ ਐਵਰੇਜ ਲਈਏ ਤੇ ਉਹ ਮਤਲਬ ਕਿ ਵਧੀਆ ਇਨਕਮ ਬਣ ਜਾਂਦੀ ਆ। ਮਿਹਨਤ ਜ਼ਰੂਰ ਹੈਗੀ ਇਹਦੇ ਤੇ, 1.5-2 ਸਾਲ ਇਹਨੂੰ ਸੰਭਾਲਣਾ ਪੈਂਦਾ ਜੀ ਤੇ ਉਸ ਤੋਂ ਬਾਅਦ ਵਧੀਆ ਇਨਕਮ ਇਹ ਦੇ ਸਕਦਾ। ਮਾਰਕੀਟ ਦੀ ਕੋਈ ਇੰਨੀ ਦਿੱਕਤ ਨਹੀਂ ਆਊਗੀ, ਕੋਈ ਬਹੁਤ ਵੱਡੀ ਦੁਨੀਆ ਤੇ ਮਾਰਕੀਟ ਹੈ ਇਹਦੀ ਤੇ ਹਜੇ ਤੇ ਅਗਲੇ 20-25 ਸਾਲ ਤੇ ਇੰਡੀਆ ਵਾਲਿਆਂ ਨੂੰ ਪਤਾ ਹੀ ਲੱਗਣਾ ਕਿ ਆਵਾਕਾਡੋ ਕੀ ਹੈਗਾ। ਹੁਣ ਬਾਹਰ ਵਾਲੇ ਜਿਹੜੇ ਸੱਜਣ ਨੇ, ਕਿਉਂਕਿ ਇੱਕ ਇਹਦਾ ਟੇਸਟ ਬਿਲਕੁਲ ਫਿੱਕਾ ਜਿਹਾ ਹੁੰਦਾ ਵਾ ਤੇ ਆਮ ਇਹਨੂੰ ਨਹੀਂ ਖਾਧਾ ਜਾਂਦਾ, ਪਰ ਇਹ ਹੈ ਕਿ ਵੀ ਇਹਦੇ ਗੁਣਾ ਕਰਕੇ ਹੀ ਇਹਨੂੰ ਖਾਧਾ ਜਾਂਦਾ। ਸੁਪਰ ਫੂਡ ਹੈ ਦੁਨੀਆ ਦੇ ਵਿੱਚ, ਤੇਲ ਨਿਕਲਦਾ ਵਾ। ਜੇ ਹੁਣ ਖਰਾਬ ਹੋ ਜੇ ਤੇ ਫਿਰ ਇਹਦਾ ਕਹਿ ਲਓ ਕਿ ਵੀ ਅਸੀਂ ਤੇਲ ਵੀ ਕੱਢ ਸਕਦੇ ਹਾਂ ਤੇ ਉਸ ਤੋਂ ਬਾਅਦ ਕਰੀਮਾਂ ਦੇ ਵਿੱਚ ਵੀ ਜਿਹੜੀ ਵੀ ਪ੍ਰੋਡਕਟ ਬਿਊਟੀ ਪ੍ਰੋਡਕਟ ਹੁੰਦੇ ਸਾਰੇ ਪ੍ਰੋਡਕਟ ਹੈ ਉਹਨਾਂ ਦੇ ਵਿੱਚ ਬਹੁਤ ਵਧੀਆ ਐਂਟੀ ਏਜਿੰਗ ਦੇ ਵਿੱਚ ਤੁਸੀਂ ਇਹਨੂੰ ਆਮ ਤੇਲ ਲਗਾਓਗੇ ਤੇ ਉਹ ਤੁਹਾਡੀ ਬੋਡੀ ਦੇ ਵਿੱਚ ਰਚੂਗਾ ਨਹੀਂ। ਹੁਣ ਦੇਸੀ ਘਿਓ ਲਾਉਣੇ ਉਹ ਵੀ ਰਚਦਾ ਵਾ, ਗਿਰੀ ਦਾ ਤੇਲ ਲਾਉਣੇ ਉਹ ਵੀ ਰਚਦਾ। ਇਹ ਵੀ ਪਤਾ ਹੀ ਨਹੀਂ ਲੱਗੂਗਾ ਤੁਹਾਨੂੰ 2 ਮਿੰਟ ਬਾਅਦ ਕਿ ਵੀ ਤੁਹਾਡੀ ਬੋਡੀ ਦੇ ਵਿੱਚ ਉੱਪਰ ਤੁਹਾਨੂੰ ਪਤਾ ਨਹੀਂ ਲੱਗੂਗਾ, ਵੇਖਣ ਨੂੰ ਲੱਗੂਗਾ ਕਿ ਵੀ ਲੱਗਾ ਹੋਇਆ ਵਾ ਪਰ ਉੱਪਰ ਕੋਈ ਉਹਦਾ ਅੰਸ਼ ਕੋਈ ਉਹਦਾ ਰਹਿੰਦਾ ਨਹੀਂ ਪਾਇਆ, ਮਤਲਬ ਕਿ ਕੋਈ ਵੀ ਉਹ ਪਤਾ ਨਹੀਂ ਲੱਗਦਾ ਕਿ ਵੀ ਤੇਲ ਲੱਗਾ, ਚਿਣਕਣਾਪਣ ਨਹੀਂ ਹੋਊਗਾ।
ਜਾਣੀ ਕਿ ਮਾਰਕੀਟਿੰਗ ਦੀ ਵੀ ਕੋਈ ਟੈਨਸ਼ਨ ਨਹੀਂ ਹੈਗੀ ਤੇ 2 ਸਾਲ ਤੱਕ ਤੁਹਾਡਾ ਵੀ ਬੂਟਾ ਸਾਂਭਣ ਦੀ ਜ਼ਰੂਰਤ ਹੈ, ਉਸ ਤੋਂ ਬਾਅਦ ਫਿਰ ਇਹ ਫਲ ਦੇਣ ਲੱਗ ਹਾਂਜੀ 2 ਸਾਲ ਤੇ ਬੇਬੀ ਪਲਾਂਟ ਹੁੰਦਾ, ਛੋਟਾ ਬੂਟਾ ਹੁੰਦਾ, ਵੱਡੇ ਬੂਟੇ ਅਸੀਂ ਤਿਆਰ ਨਹੀਂ ਕਰ ਸਕਦੇ ਕਿਉਂਕਿ ਇਹਦਾ ਕਾਫੀ ਮਿਹਨਤ ਆਉਂਦੀ ਹੈ ਇਹਦੇ ਤੇ। ਸੀਡ ਤੋਂ ਉਗਾ ਕੇ 2-3 ਮਹੀਨੇ ਉਹਨੂੰ ਵੱਡਾ ਹੁਣ ਪਹਿਲੋਂ ਲੱਗਦੇ ਨੇ ਉੱਗਣ ਤੇ, ਫਿਰ 5-6 ਮਹੀਨੇ ਦਾ ਜਦੋਂ ਹੁੰਦਾ ਫਿਰ ਉਹਨੂੰ ਅਸੀਂ ਗ੍ਰਾਫਟਿੰਗ ਕਰਦੇ ਹਾਂ, ਫਿਰ ਉਹ ਕਹਿ ਲਓ ਕਿ ਵੀ 2 ਮਹੀਨੇ ਉਹਨੂੰ ਚੱਲਣ ਤੇ ਲੱਗ ਗਏ, ਉਹ ਸਾਲ ਕ ਦਾ ਬੂਟਾ ਹੁੰਦਾ ਵਾ। ਤੇ ਕਹਿ ਲਓ ਕਿ ਵੀ ਕਿਸਾਨ ਹੁਣ ਜਿੰਨੇ ਤੁਸੀਂ ਇਹ ਦੱਸੋ ਵੀ ਇਹ ਅਸਲ ਦੇ ਵਿੱਚ ਫਰੂਟ ਹੈ ਕਿੱਥੋਂ ਦਾ ਹੈ, ਇਹਦਾ ਬੈਕਗ੍ਰਾਉਂਡ ਕਿੱਥੋਂ ਦਾ ਹੈ, ਸ਼ੁਰੂਆਤ ਕਿੱਥੋਂ ਹੋਈ ਹੈ ਔਰ ਤੁਸੀਂ ਕਿੱਦਾਂ ਇਹਨੂੰ ਇੱਥੇ ਲੈ ਕੇ ਆਏ? ਇਹ ਜੀ ਇਹਦੀ ਪੈਦਾਇਸ਼ ਮੈਕਸੀਕੋ ਦੇ ਦੇਸ਼ਾਂ ਦੀ ਆ। ਮੈਕਸੀਕੋ ਦਾ ਹੋ ਗਿਆ, ਸਾਊਥ ਨਾਰਥ ਅਮਰੀਕਾ ਵਗੈਰਾ, ਉਧਰ ਪੇਰੂ ਆਵੇ ਤੇ ਉਧਰ ਲਾਗੇ ਬਨੇ ਗੁਆਟਾਮਾਲਾ ਵਗੈਰਾ ਹੋ ਗਏ, ਉਧਰ ਦੀਆਂ ਬਰੀਡ ਵਗੈਰਾ ਨੇ ਸਾਰੀਆਂ। ਤੇ ਕੈਲੀਫੋਰਨੀਆ 'ਚ ਵੀ ਇਹਦੀ ਵਧੀਆ ਖੇਤੀ ਹੋ ਰਹੀ ਆ, ਹੋਰ ਅਲੱਗ-ਅਲੱਗ ਜਗ੍ਹਾ ਤੇ, ਅਫਰੀਕਾ ਹੋ ਗਏ, ਆਸਟ੍ਰੇਲੀਆ, ਨਿਊਜ਼ੀਲੈਂਡ ਹੋ ਗਿਆ, ਉਧਰ ਵੀ ਕਰ ਰਹੇ ਆ। ਇੰਡੀਆ ਦੇ ਵਿੱਚ ਵੀ ਬੜੇ ਪੁਰਾਣੇ ਰਿਲੇਸ਼ਨ ਨੇ ਇਹਦੇ ਅੰਗਰੇਜ਼ਾਂ ਦੇ ਟਾਈਮ ਤੋਂ। ਤੇ ਅਸੀਂ ਜਿਹੜੀ ਵੈਰਾਈਟੀ ਆ ਇਥੋਪੀਆ ਤੋਂ ਲੈ ਕੇ ਆਏ ਆ, ਤੇ ਉਸ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਤੋਂ ਘੁੰਮਦੇ ਹੋਰ ਵੈਰਾਈਟੀਜ਼ ਵੀ ਅਸੀਂ ਇੱਥੇ ਇਕੱਠੀਆਂ ਕੀਤੀਆਂ ਨੇ, ਜਿਹੜੇ ਕਿ ਜੇ 2-2 ਸਾਲ ਦੇ ਸਾਡੇ ਛੋਟੇ ਮਦਰ ਪਲਾਂਟ ਨੇ, ਜਿਨ੍ਹਾਂ ਨੂੰ ਅਸੀਂ ਹੌਲੀ-ਹੌਲੀ ਫਰੂਟਿੰਗ ਵੇਖ ਕੇ ਫਿਰ ਉਸ ਤੋਂ ਬਾਅਦ ਅਸੀਂ ਹੋਰ ਵੱਡੇ ਲੈਵਲ ਤੇ ਉਹਨਾਂ ਨੂੰ ਅੱਗੇ ਪ੍ਰੋਡਿਊਸ ਕਰਾਂਗੇ ਇੱਥੇ। ਤੇ ਹੋਰ ਮਦਰ ਪਲਾਂਟ ਹੋਰ ਵੀ ਸਾਡੇ ਅਲੱਗ-ਅਲੱਗ ਦੇਸ਼ਾਂ ਤੋਂ ਆ ਰਹੇ ਨੇ। ਤੇ ਹੁਣ ਡਰੈਗਨ ਫਰੂਟ ਵੀ ਇੱਥੇ ਹੈਗਾ ਆ, ਔਰ ਜੇ ਹੁਣ ਇਹਦੀ ਵੀ ਗੱਲ ਕਰਦੇ ਆ ਤਾਂ ਬੜਾ ਅੱਜ ਕੱਲ ਯੂਜ਼ ਹੁੰਦਾ ਹੈ, ਡਾਕਟਰਸ ਬੜਾ ਸੁਜੈਸਟ ਕਰਦੇ ਨੇ ਇਹਨੂੰ ਵੀ ਆਮ ਤੌਰ ਦੇ ਉੱਪਰ ਪੇਸ਼ੈਂਟਸ ਨੂੰ, ਔਰ ਤੁਸੀਂ ਇਹਦੇ ਵੀ ਬੂਟੇ ਤਿਆਰ ਕਰਕੇ ਦਿੰਦੇ ਹੋ, ਸੋ ਇਹਦੇ ਬਾਰੇ ਵੀ ਜ਼ਰੂਰ ਦੱਸੋ। ਹਾਂਜੀ, ਡਰੈਗਨ ਫਰੂਟ ਵੀ ਇੱਕ ਬਹੁਤ ਵਧੀਆ ਲਾਹੇਵੰਦ ਵਾਲੀ ਖੇਤੀ ਸਾਬਤ ਹੋ ਚੁੱਕਾ ਵਾ। ਔਰ ਇਹਨੂੰ ਮਤਲਬ ਕਿ ਪੰਜਾਬ ਦਾ ਮੌਸਮ ਇੰਨਾ ਸੈੱਟ ਆਇਆ ਕਿ ਵੀ ਬਹੁਤ ਵਧੀਆ, ਬਹੁਤ ਏਰੀਏ ਦੇ ਵਿੱਚ ਇਹਦੀ ਕਲਟੀਵੇਸ਼ਨ ਹੋਣ ਲੱਗ ਪਈ। ਜਦੋਂ ਅਸੀਂ ਦੇਖਦੇ ਹਾਂ ਕਿ ਇਹਦਾ ਰੁੱਖ ਕਿੱਦਾਂ ਦਾ ਹੁੰਦਾ ਹੈ, ਤਾਂ ਉਹ ਇੱਕ ਜਿਵੇਂ ਰੇਗਿਸਤਾਨ ਵਾਲਾ ਹੁੰਦਾ ਨਾ, ਤੇ ਇੱਥੇ ਦੀ ਗਰਮੀ ਜਿਹੜੀ ਜ਼ਬਰਦਸਤ ਪੈਂਦੀ ਪੰਜਾਬ ਦੇ ਵਿੱਚ, ਫਿਰ ਇਹ ਸੂਟੇਬਲ ਤਾਂ ਹੀ ਹੋਇਆ ਇਹਦੇ ਲਈ। ਹਾਂਜੀ, ਉਹਦਾ ਵੀ ਇਹ ਬਹੁਤ ਵਧੀਆ ਹੈਗਾ ਕਿ ਵੀ ਸਾਡੇ ਲਈ ਗਰਮੀ ਹੈ, ਸਰਦੀ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ। ਉਹ ਹੁਣ ਚਲੋ ਵੱਖ-ਵੱਖ ਤਰੀਕੇ ਸਪਰੇਅ ਹੋ ਗਈਆਂ ਜਾਂ ਹੋਰ ਮੈਥਡ ਹੈਗੇ ਨੇ ਜਿਨ੍ਹਾਂ ਨਾਲ ਇਹਨੂੰ ਕੰਟਰੋਲ ਕੀਤਾ ਜਾਂਦਾ, ਤੇ ਵਧੀਆ ਕਾਫੀ ਵੱਡੇ ਏਰੀਏ ਤੇ ਇਹਦੀ ਖੇਤੀ ਹੋ ਰਹੀ ਆ। ਹੁਣ ਸਬਸਿਡੀ ਤੇ ਵੀ ਇਹਦੀਆਂ ਪਲਾਂਟੇਸ਼ਨ ਦੇ ਉੱਪਰ, ਜਿਸ ਤਰ੍ਹਾਂ ਨਾਖਾਂ ਦੇ ਅਮਰੂਦ ਵਗੈਰਾ ਤੇ ਸਬਸਿਡੀ ਹੈਗੀ ਆ, ਉਹਦੀ ਇਹਦੇ ਤੇ ਵੀ ਪਲਾਨ ਬਣ ਰਿਹਾ ਵਾ ਕਿ ਵੀ ਹੋਰ 6 ਮਹੀਨਿਆਂ ਨੂੰ ਜਾਂ ਇਹਦੇ ਬਾਰੇ ਗਵਰਨਮੈਂਟ ਕਰੇਗੀ। ਹਾਂਜੀ, ਗਵਰਨਮੈਂਟ ਸਰਕਾਰੀ ਤੌਰ ਤੇ ਸਬਸਿਡੀ ਵਗੈਰਾ ਮਿਲੂਗੀ। ਚਲੋ ਜਿੰਨੀ ਵੀ ਮਿਲ ਜੇ ਉਨੀ ਥੋੜੀ ਹੈ ਜੀ ਕਿਸਾਨ ਲਈ, ਤੇ ਕਾਫੀ ਖਰਚਾ ਜ਼ਰੂਰ ਆਉਂਦਾ ਵਾ, ਪਰ ਇਹ ਕਿ ਵੀ ਆਮਦਨ ਇਹਦੇ ਤੇ ਬਹੁਤ ਵਧੀਆ ਵਾ। ਅਸੀਂ ਹੁਣ ਮਾਝੇ ਦੇ ਵਿੱਚ ਕਾਫੀ ਕਿਸਾਨ ਜਿਹੜੇ ਨੇ ਜਿਨ੍ਹਾਂ ਨੂੰ ਕਰਵਾ ਰਹੇ ਆ, ਜਾਂ ਜਿਹੜੇ ਪਹਿਲੋਂ ਕਰਦੇ ਨੇ, ਅਸੀਂ ਆਪਸ 'ਚ ਜੁੜੇ ਹੋਏ ਆ ਕਿਉਂਕਿ ਬਾਹਰੋਂ ਅਸੀਂ ਹੋਰ ਵੀ ਇਹਦੀਆਂ ਵੈਰਾਈਟੀਆਂ ਲਿਆ ਰਹੇ ਆ, ਯੈਲੋ ਆ, ਬਲੈਕ ਆ, ਅਲੱਗ-ਅਲੱਗ ਵੈਰਾਈਟੀਜ਼ ਅਸੀਂ ਇਕੱਠੀਆਂ ਕਰ ਰਹੇ ਆ। ਇੱਕ ਫਾਰਮ ਸਾਡੇ ਕੋਲ ਇਹ ਮੋਸਟਲੀ ਬਾਹਰ ਤੋਂ ਮੰਗਾਇਆ ਜਾਂਦਾ ਸੀਗਾ, ਇੰਪੋਰਟ ਕੀਤਾ ਜਾਂਦਾ ਸੀਗਾ, ਤੇ ਸੋ ਹੁਣ ਜਦੋਂ ਇੱਥੇ ਯੂਜ਼ ਹੁੰਦਾ ਤਾਂ ਫਿਰ ਇਹਦੀ ਕਿੰਨੀ ਕਿਸ ਤਰ੍ਹਾਂ ਮਿਲਦਾ ਹੈਗਾ, ਕਿੰਨੇ ਰੁਪਏ ਕਿਲੋ ਇਹ ਸੇਲ ਕਰਦੇ ਨੇ, ਜਾਂ ਕਿਸਾਨ ਨੂੰ ਇਹਦਾ ਕਿੰਨਾ ਕੁ ਪ੍ਰੋਫਿਟ ਹੈ? ਅੱਜ ਵੀ ਵੀਅਤਨਾਮ ਤੋਂ ਬਹੁਤ ਆ ਰਿਹਾ ਵਾ ਜੀ ਇੰਡੀਆ ਦੇ ਵਿੱਚ, ਤੇ ਈਵਨ ਕਿ ਅਦਰ ਸਟੇਟਸ ਤੋਂ ਵੀ ਪੰਜਾਬ ਦੇ ਵਿੱਚ ਆ ਰਿਹਾ ਵਾ ਜੀ। ਤੇ ਮਤਲਬ ਕਿ ਹੁਣ ਜਿਸ ਤਰ੍ਹਾਂ ਅਸੀਂ ਇਸ ਮਾਝੇ ਦੀ ਅੰਮ੍ਰਿਤਸਰ ਦੇ ਲਾਗੇ ਬੰਨੇ ਦੀ ਗੱਲ ਕਰੀਏ ਤਾਂ ਅਸੀਂ ਇੱਥੇ ਤਕਰੀਬਨ ਰੇਟ ਬੰਨਿਆ ਹੋਇਆ ਇਹਦਾ, ਜਿਹੜੇ ਵੀ ਇੱਥੇ ਖੇਤੀ ਕਰ ਰਹੇ ਨੇ। ਤੇ ਉਹ ਕਹਿ ਲਓ ਕਿ ਵੀ ਅਸੀਂ ਰਿਟੇਲ ਜਿਹੜੀ ਰੱਖੀ ਆ ਉਹ 350 ਪਲੱਸ ਹੀ ਰੱਖੀ ਆ। ਤੇ ਅਸੀਂ ਕਿਸੇ ਜਿਹੜੇ ਪ੍ਰਾਈਵੇਟ ਫਰੂਟ ਸੈਲਰਸ ਵਗੈਰਾ ਜਾਂ ਮੰਡੀ ਵਾਲੇ ਨੇ, ਅਸੀਂ ਉੱਥੇ ਨਹੀਂ ਪਹੁੰਚ ਰਹੇ ਕਿ ਵੀ ਨਾ ਹੀ ਸਾਡਾ ਕੋਈ ਕਿਸਾਨ ਉੱਥੇ ਪਹੁੰਚ, ਖੁਦ ਹੀ ਇਹਨੂੰ ਸੇਲ ਕਰ ਰਹੇ। ਹਾਂ, ਖੁਦ ਹੀ ਅਸੀਂ ਆਪਸ 'ਚ ਬਣਾ ਕੇ ਸਾਰਾ ਕਿ ਵੀ ਐਡਵਰਟਾਈਜ਼ਮੈਂਟ ਕਰਕੇ ਕਿ ਵੀ ਜਿੰਨਾ ਹੋ ਸਕੇ ਲੋਕਾਂ ਤੱਕ ਸਹੀ ਤੇ ਵਧੀਆ ਚੀਜ਼ ਤੇ ਟਾਈਮ ਸਿਰ ਉਹਨਾਂ ਨੂੰ ਪਹੁੰਚਾਈ ਜਾਵੇ। ਬੜਾ ਔਖਾ ਜਿਹਾ ਦਿਨ ਇੱਥੇ ਇਸ ਸਮੇਂ ਚੱਲ ਰਿਹਾ ਕਿਉਂਕਿ ਡੇਂਗੂ ਦਾ ਪ੍ਰਕੋਪ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤੇ ਖਾਸ ਤੌਰ ਤੇ ਵੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੇ ਬਿਲਕੁਲ ਕੋਲ ਹੈ ਵੀ ਤੁਹਾਡਾ, ਜਿੱਥੇ ਤੁਸੀਂ ਡਰੈਗਨ ਇਹ ਸੇਲ ਵੀ ਕਰਦੇ ਹੋ। ਸੋ ਹੁਣ ਤਾਂ ਜਿਵੇਂ ਡੇਂਗੂ ਦਾ ਕਰਕੇ ਲੋਕਾਂ ਦੇ ਸੈੱਲ ਬਹੁਤ ਘਟ ਚੁੱਕੇ ਨੇ, ਡਾਕਟਰ ਸੁਜੈਸਟ ਕਰਦੇ ਨੇ ਇਹਨੂੰ, ਤੇ ਇੱਥੇ ਬਹੁਤ ਲੋਕ ਆਉਂਦੇ ਵੀ ਹੋਣਗੇ ਇਸ ਨੂੰ। ਹਾਂਜੀ, ਤਕਰੀਬਨ ਸਾਨੂੰ ਡੇਲੀ ਕਹਿ ਲਓ ਕਿ ਵੀ 50 ਕਿਲੋ 60 ਕਿਲੋ ਦੀ ਡਿਮਾਂਡ ਰਹਿੰਦੀ ਆ, ਪਰ ਸਾਡੇ ਕੋਲ ਇੰਨਾ ਅਵੇਲੇਬਲ ਹੀ ਨਹੀਂ ਹੁੰਦਾ ਕਿਉਂਕਿ ਅਜੇ ਪ੍ਰੋਡਕਸ਼ਨ ਬਹੁਤ ਥੋੜੀ ਹੈ ਜੀ। ਤੇ ਜਦੋਂ ਵੀ ਆਉਂਦਾ ਵਾ ਬਸ ਉਹ ਕਹਿ ਲਓ ਕਿ ਵੀ ਕੁਛ ਉਹਦੇ ਵਿੱਚੋਂ 4 ਕਿਲੋ 10 ਕਿਲੋ ਇੱਦਾਂ ਬੁਕਿੰਗ ਹੋਇਆ ਹੁੰਦਾ ਵਾ, ਤੇ ਉਹ ਚੱਲਦਾ ਹੀ ਰਹਿੰਦਾ ਵਾ ਜੀ। ਤੇ ਜਿੱਥੇ ਵੀ ਹੁਣ ਜੇ ਸਾਡੇ ਕੋਲ ਨਹੀਂ ਵੀ ਹੈਗਾ, ਕੋਈ ਹੋਰ ਪੇਸ਼ੈਂਟ ਆ ਗਿਆ ਕੋਈ ਜ਼ਰੂਰੀ ਆ, ਫਿਰ ਅਸੀਂ ਉਹ ਸਿੱਧਾ ਫਾਰਮ ਤੇ ਵੀ ਭੇਜ ਦਿੱਤਾ। ਉਹ ਜਿੰਨਾ ਕੁ ਉੱਥੇ ਤਿਆਰ ਹੁੰਦਾ 2-4 ਪੀਸ ਵੰਡ ਵਰਤ ਕੇ ਸਾਰਿਆਂ ਨੂੰ ਮਤਲਬ ਕਿ ਸਰ ਜਾਂਦਾ ਵਾ, ਸਾਰ ਰਹੇ ਆ ਜੀ ਉਹਨਾਂ ਦਾ ਜਿਹੜੇ ਵੀ ਬਾਇਰ ਵਗੈਰਾ ਪੇਸ਼ੈਂਟ ਵਗੈਰਾ ਹੈਗੇ ਨੇ। ਤੇ ਬਹੁਤ ਵਧੀਆ ਉਹਦੇ ਵਿੱਚ ਸਾਬਤ ਹੋ ਰਹੇ ਨੇ ਇਹਦੇ ਰਿਜ਼ਲਟ। ਚਲੋ ਪਪੀਤੇ ਦੇ ਪੱਤੇ ਵੀ ਵਰਤੇ ਜਾਂਦੇ ਆ, ਉਹਦਾ ਵੀ ਯੂਜ਼
ਕੱਢ ਕੇ ਪਿਆਇਆ ਜਾਂਦਾ ਤੇ ਉਹ ਸਾਡੀ ਵੀ ਲੇਬਰ ਨੂੰ ਹੋ ਜਾਂਦਾ ਵਾ ਤੇ ਅਸੀਂ ਵੀ ਉਹਨਾਂ ਨੂੰ, ਕਿਉਂਕਿ ਹੁਣ ਬੂਟਿਆਂ ਦੇ ਵਿੱਚ ਰਹਿਣਾ ਵਾ ਤੇ ਇਹ ਚੀਜ਼ਾਂ ਆਉਣੀਆਂ ਹੀ ਜੀ। ਸੋ ਇਹਦੇ ਨਾਲ ਤੁਸੀਂ ਇੱਥੇ ਹੋਰ ਕੀ ਜਿਹੜਾ ਹੈ ਉਹ ਤਿਆਰ ਕਰ ਰਹੇ ਹੋ ਫਿਲਹਾਲ? ਇਸ ਜਗ੍ਹਾ ਦੇ ਉੱਪਰ ਤੁਸੀਂ ਕਾਫੀ ਬੂਟੇ ਜਿਹੜੇ ਉਹ ਲਾਏ ਹੋਏ ਆ। ਅਸੀਂ ਇੱਥੇ ਇੱਕ ਤੇ ਪੈਸ਼ਨ ਫਰੂਟ ਆ, ਇਹ ਵਿਖਾ ਦਿੰਦੇ ਵੀਰ ਜੀ, ਤੇ ਇਹਨੂੰ ਵੀ ਕਾਫੀ ਸਾਡਾ ਫਲ ਆਇਆ ਹੋਇਆ ਵਾ। ਸਾਡੇ ਕੋਲ ਇਹਦੀਆਂ 3 ਵੈਰਾਈਟੀਆਂ ਤਕਰੀਬਨ ਹੈਗੀਆਂ ਨੇ। ਇੱਕ ਜੂਨ ਜੁਲਾਈ ਚ ਪੱਕਦੀ ਹੈ ਜੀ, ਉਹ ਪੂਰੀ ਪਰਪਲ ਕਲਰ ਦੀ ਹੁੰਦੀ ਆ। ਇਹ ਮਰੂਨ ਕਲਰ ਦੀ ਆ, ਇਸੇ ਤਰ੍ਹਾਂ ਹੀ ਉੱਪਰ ਇਹ ਯੈਲੋ ਦੀ ਆ। ਤੇ ਇਹਦੇ ਵਿੱਚ ਹੋਰ ਵੀ 5-6 ਵੈਰਾਈਟੀਜ਼ ਨੇ, ਸਾਰੀਆਂ ਲਿਆ ਰਹੇ ਆ। ਬਨਾਨਾ ਪੈਸ਼ਨ ਹੁੰਦਾ, ਲੰਬਾ ਕੇਲੇ ਵਰਗਾ ਹੁੰਦਾ ਜੀ, ਤੇ ਇਹਦੀ ਕਾਫੀ ਵਧੀਆ ਇੱਥੇ ਪ੍ਰੋਡਕਸ਼ਨ ਹੋ ਰਹੀ ਆ। ਤਕਰੀਬਨ ਇੱਕ ਵੇਲੇ ਆ ਜਿਹੜੀ 100 ਕੁ ਫੁੱਟ ਤੱਕ ਹੋ ਜਾਂਦੀ ਆ ਜੀ ਵੱਲ। ਇਹਨੂੰ ਅੰਗੂਰਾਂ ਵਾਂਗੂ ਹੀ ਚੜਾਉਣਾ ਪੈਂਦਾ ਵਾ ਉੱਪਰ ਜੀ। ਤੇ ਹੁਣ ਸਾਡੇ ਸਕਸੈਸ ਹੋ ਚੁੱਕੀ ਆ, ਫਰੂਟਿੰਗ ਆ ਚੁੱਕੀ ਆ। ਹੁਣ ਗਾੜੀ ਅਸੀਂ ਇਹਦੇ ਬੂਟੇ ਤਿਆਰ ਕਰ ਰਹੇ ਆ ਤੇ ਇਸੇ ਤਰ੍ਹਾਂ ਹੋਰ ਵੀ ਅਲੱਗ-ਅਲੱਗ ਚੀਜ਼ਾਂ ਬਾਹਰੋਂ ਕੋਸ਼ਿਸ਼ ਕਰ ਰਹੇ ਆ। ਬਲੂਬੇਰੀ, ਬਲੈਕਬੇਰੀ, ਫਿਰ ਐਪਲ ਦਾ ਹੌਟ ਕਲਾਈਮੇਟ ਦਾ ਅਸੀਂ ਕਾਫੀ ਵੱਡੇ ਲੈਵਲ ਤੇ ਕਰ ਰਹੇ ਹਾਂ ਜੀ ਇੱਥੇ। ਬੜੀ ਵੱਡੀ ਗੱਲ ਤੁਸੀਂ ਕਹੀ ਕਿ ਐਪਲ ਦਾ ਹੌਟ ਕਲਾਈਮੇਟ ਦਾ, ਕਿਉਂਕਿ ਐਪਲ ਪੰਜਾਬ ਭਾਰਤ ਦੇ ਵਿੱਚ ਤਾਂ ਮੋਸਟਲੀ ਜੰਮੂ ਕਸ਼ਮੀਰ ਤੋਂ ਹੀ ਆਉਂਦੇ ਨੇ। ਸੋ ਇੱਥੋਂ ਦੇ ਵਾਤਾਵਰਣ ਲਈ ਸੂਟੇਬਲ ਨਹੀਂ ਹੈਗੇ। ਤੁਸੀਂ ਗਰਮ ਵਾਤਾਵਰਣ ਦੇ ਲਈ ਇਹ ਕਿਹੜਾ ਪਲਾਂਟ ਹੈਗਾ ਜਿਹੜਾ ਐਪਲ ਦਾ ਲੈ ਕੇ? ਇਹਦੇ ਵਿੱਚ ਵੱਖ-ਵੱਖ ਵੈਰਾਈਟੀਜ਼ ਨੇ। ਅਸੀਂ ਅੰਨਾ ਵਾ, 골ਡਨ ਡੋਰਸਟ ਆ, ਮਾਈਕਲ ਆ, ਤੇ ਇਹਨਾਂ 3 ਵੈਰਾਈਟੀਜ਼ ਉੱਤੇ ਕਾਫੀ ਕੰਮ ਕਰ ਚੁੱਕੇ ਹਾਂ ਔਰ ਵਧੀਆ ਰਿਜ਼ਲਟ ਮਿਲੇ ਨੇ ਸਾਨੂੰ। ਕਿਸਾਨਾਂ ਨੇ ਲਾਇਆ ਹੋਇਆ ਇੱਥੇ? ਕਿਸਾਨਾਂ ਨੇ ਲਾਇਆ। ਹੁਣ ਤਾਂ ਆਲ ਓਵਰ ਇੰਡੀਆ ਦੇ ਵਿੱਚ ਅਸੀਂ ਕਰ ਰਹੇ ਹਾਂ। ਸਾਡੀ ਇਹਦੀ ਕਾਫੀ ਵੱਡੀ ਨਰਸਰੀ ਕਾਂਗੜੇ ਹੈ ਜੀ। ਦੂਜੀ ਅਸੀਂ ਹੁਣ ਇਸ ਸਾਲ ਤੋਂ ਇੱਥੇ ਜੰਡਿਆਲਾ ਗੁਰੂ ਵੀ, ਅੰਮ੍ਰਿਤਸਰ ਦੇ ਕੋਲ ਜੰਡਿਆਲਾ ਗੁਰੂ, ਉੱਥੇ ਵੀ ਅਸੀਂ ਇਹਦੀ ਕਾਫੀ ਵੱਡੇ ਲੈਵਲ ਤੇ ਤਕਰੀਬਨ ਉਹ ਕਾਂਗੜੇ ਤੇ ਸਾਡੇ ਕੋਲ 30 ਲੱਖ ਪਲਾਂਟ ਤਿਆਰ ਹੋ ਜਾਂਦਾ ਵਾ ਜੀ ਹਰ ਸਾਲ। ਤੇ ਇੱਥੇ ਵੀ ਅਸੀਂ ਕੋਈ 5-6 ਲੱਖ ਕੋਈ ਜਿਹੜਾ ਪੰਜਾਬ 'ਚ ਤਿਆਰ ਹੋਣਾ ਉਹ ਪੰਜਾਬ 'ਚ ਹੀ ਵਧੇ ਫੁੱਲੇ ਉਹਦਾ ਤਿਆਰ ਹੋਵੇ, ਜਿੰਨੇ ਪੰਜਾਬ 'ਚ ਲੱਗਣਾ ਵਾ। ਫਿਰ ਇਸੇ ਤਰ੍ਹਾਂ ਹੀ ਅਸੀਂ ਮਹਾਰਾਸ਼ਟਰ ਵੀ ਬਣਾ ਰਹੇ ਹਾਂ ਤੇ ਇਸੇ ਤਰ੍ਹਾਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਉੱਥੇ ਹੀ ਉਹਦੀ ਗ੍ਰਾਫਟਿੰਗ ਕਰਕੇ ਫਿਰ ਉਹਨੂੰ ਗਾੜੀ ਉੱਥੇ ਹੀ ਅੱਗੇ ਵੱਡਾ ਕੀਤਾ ਜਾ ਰਿਹਾ ਜੀ। ਤੁਹਾਡੇ ਇਸ ਕੰਮ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਵੀ ਕਿੰਨਾ ਕੁ ਸਾਥ ਦਿੱਤਾ? ਕਿਉਂਕਿ ਬੜਾ ਔਖਾ ਕੰਮ ਹੈ। ਅਸੀਂ ਤੁਹਾਡਾ ਨਰਸਰੀ ਵੀ ਦੇਖਿਆ, ਇੱਥੇ ਘਰ 'ਚ ਵੀ ਤੁਸੀਂ ਬਹੁਤ ਪਲਾਂਟ ਜਿਹੜੇ ਉਹ ਲਾਏ ਆ। ਛੋਟੇ ਇੱਕ ਬੀ ਨੂੰ ਲਾ ਕੇ ਉਹਨੂੰ ਤਿਆਰ ਕਰਨਾ, ਉਹਦੀ ਤੁਸੀਂ ਹਰ ਇੱਕ ਚੀਜ਼ ਦੀ ਉਹਦੀ ਕੇਅਰ ਕਰਦੇ ਹੋ, ਪਾਣੀ ਕਿੰਨਾ ਪਾਉਣਾ ਹੈ, ਕਿੰਨਾ ਸਮਾਂ। ਸੋ ਇੰਨਾ ਔਖਾ ਕੰਮ ਦੇ ਵਿੱਚ ਤੁਹਾਡੇ ਮਿਸਿਸ ਵੀ ਤੁਹਾਡੇ ਨਾਲ ਹੁੰਦੇ ਨੇ ਜਾਂ ਹੋਰ ਪਰਿਵਾਰਕ ਮੈਂਬਰ? ਹਾਂਜੀ, ਸਾਰੇ ਹੀ ਨਾਲ ਨੇ ਜੀ। ਛੋਟਾ ਬ੍ਰਦਰ ਵੀ ਨਾਲ ਆ, ਭੈਣ ਵੀ ਨਾਲ ਆ, ਮੰਮੀ ਵੀ ਕਰਦੇ ਨੇ, ਮਿਸਿਸ ਵੀ ਕਰਦੇ ਨੇ, ਹੋਰ ਵੀ ਸੱਜਣ ਮਿੱਤਰ, ਈਵਨ ਕਿ ਕੁਝ ਐਗਰੀਕਲਚਰ ਡਿਪਾਰਟਮੈਂਟ ਦੇ 2-3 ਵੀਰ ਹੈਗੇ ਨੇ। ਤਾਂ ਸੈਟਰਡੇ ਸੰਡੇ ਅਸੀਂ ਉਹਨਾਂ ਨੂੰ ਹੱਸਦੇ ਹੁੰਦੇ ਆ ਕਿ ਵੀ ਆਓ ਤੁਹਾਨੂੰ ਅੱਜ ਕੰਮ ਸਿਖਾਈਏ ਤੇ ਉਹ ਵੀ ਆ ਜਾਂਦੇ ਆ ਕਿਸੇ ਵੇਲੇ, ਤੇ ਉਹ ਵੀ ਆਪੋ ਆਪਣਾ ਸਾਰੇ ਯੋਗਦਾਨ ਪਾ ਰਹੇ ਆ ਜੀ। ਤੇ ਅਲੱਗ-ਅਲੱਗ ਜਿਸ ਤਰ੍ਹਾਂ ਹੁਣ ਸਾਡੇ ਦੂਸਰੀਆਂ ਨਰਸਰੀਆਂ ਵਗੈਰਾ ਨੇ, ਉੱਥੇ ਵੀ ਅਲੱਗ-ਅਲੱਗ ਟੀਮਾਂ ਜੁੜੀਆਂ ਹੋਈਆਂ ਨੇ ਤੇ ਜਿਹੜੀਆਂ ਨਵੀਆਂ ਚੀਜ਼ਾਂ ਨੇ, ਵੱਖਰੀਆਂ ਚੀਜ਼ਾਂ ਨੇ, ਉਹਨਾਂ ਨੂੰ ਕਰ ਰਹੇ ਆ। ਇਸੇ ਤਰ੍ਹਾਂ ਹੀ ਅੰਜੀਰ ਦੇ ਵਿੱਚ ਵੀ ਬੜੀ ਵਧੀਆ ਖੇਤੀ ਕਰ ਸਕਦੇ ਹਾਂ ਅਸੀਂ। ਉਹਦੇ ਵਿੱਚ ਵੀ ਅਸੀਂ ਕਾਫੀ ਬੂਟੇ ਐਰਕੀ ਤਿਆਰ ਕਰਾਂਗੇ ਤੇ ਉਹ ਤੇ ਪ੍ਰੋਸੈਸਿੰਗ ਕੱਲਾ ਖੇਤੀ ਨਹੀਂ, ਫਿਰ ਮਾਰਕੀਟਿੰਗ ਵੀ ਅਸੀਂ ਹੁਣ ਤੋਂ ਹੀ ਕਰ ਰਹੇ ਹਾਂ। ਆਵਾਕਾਡੋ ਵੀ ਤਕਰੀਬਨ ਸਾਡੇ ਕੋਲ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਸਾਲ ਸਾਡੇ ਕੋਲ ਅਵੇਲੇਬਲ ਰਵੇ, ਕਿ ਜਿੰਨੇ ਵੀ ਆਉਣਾ ਉਹ ਟੇਸਟ ਕਰੇ ਤੇ ਫਿਰ ਹੀ ਉਸ ਤੋਂ ਅੱਗੇ ਉਹ ਤਿਆਰ ਹੋਊਗਾ ਪਲਾਂਟੇਸ਼ਨ ਵਾਸਤੇ ਤੇ ਫਰੂਟਿੰਗ ਵਾਸਤੇ। ਸੋ ਅਸੀਂ ਤੁਹਾਡੇ ਵਾਈਫ ਨਾਲ ਵੀ ਜ਼ਰੂਰ ਗੱਲ ਕਰਾਂਗੇ, ਪਰ ਉਦੋਂ ਪਹਿਲਾਂ ਅਸੀਂ ਤੁਹਾਨੂੰ ਇਹ ਵੀ ਜ਼ਰੂਰ ਪੁੱਛ ਲਈਏ ਕਿ ਇੰਨਾ ਲੰਬਾ ਜਿਹੜਾ ਕੰਮ ਸੀਗਾ, ਇਹ ਤੁਸੀਂ ਖੁਦ ਆਪ ਤੁਹਾਡਾ ਮਨ ਸੀਗਾ ਇਹਨੂੰ ਕਰਨ ਦਾ, ਕਿ ਜਾਂ ਤੁਹਾਨੂੰ ਆਰਥਿਕ ਤੌਰ ਤੇ ਇਹਦੀ ਜ਼ਰੂਰਤ ਪਈ, ਜਾਂ ਫਿਰ ਤੁਸੀਂ ਇਹ ਸਿੱਖ ਕੇ ਕਿੱਥੋਂ ਆਏ ਹੋ? ਸਾਰਾ ਸਾਨੂੰ ਜ਼ਰੂਰ ਵੇਖੋ ਜੀ, ਪਹਿਲੋਂ ਸਾਡਾ ਇੱਥੇ ਖੇਤੀ ਵੀ ਕਰਦੇ ਸਾਂ, ਪਹਿਲੋਂ ਬਾਗ ਵੀ ਸਨ, ਫਿਰ ਇਸੇ ਤਰ੍ਹਾਂ ਹੀ ਸ਼ੁਰੂ ਤੋਂ ਰੁਝਾਨ ਇਹਦੇ ਵੱਲ ਬਹੁਤ ਸੀ, ਰੁੱਖਾਂ ਵੱਲ। ਤੇ ਜਦੋਂ ਕੋਈ ਨਵੀਂ ਚੀਜ਼, ਨਵਾਂ ਰੁੱਖ ਕਿਤੇ ਵੀ ਮਿਲਿਆ ਵਾ ਸਾਨੂੰ, ਅਸੀਂ ਲਿਆ ਕੇ ਉਹਨੂੰ ਕੋਸ਼ਿਸ਼ ਕੀਤੀ ਆ ਕਿ ਵੀ ਇੱਥੇ ਉਗਾਇਆ ਜਾਵੇ। ਬੜੇ ਉਹਦੇ ਵਿੱਚੋਂ ਸਕਸੈਸ ਵੀ ਹੋਏ ਆ, ਬੜੇ ਉਹਦੇ ਚੋਂ ਮਰੇ ਵੀ ਆ, ਰਸਤੇ 'ਚ ਆਉਂਦੇ ਵੀ ਟੁੱਟੇ ਆ, ਬੜਾ ਕੁਛ ਹੋ ਜਾਂਦਾ ਜੀ, ਬੜੇ ਉੱਪਰ ਥੱਲੇ ਹੋ ਜਾਂਦੇ। ਫਿਰ ਇਸੇ ਤਰ੍ਹਾਂ ਹੀ ਕਹਿ ਲਓ ਕਿ ਵੀ ਜਦੋਂ ਆਵਾਕਾਡੋ ਨੂੰ ਫਰੂਟਿੰਗ ਆ ਗਈ ਤਾਂ ਬਹੁਤ ਚਾਅ ਚੜ ਗਿਆ ਕਿ ਵੀ ਇਹ ਤਾਂ ਬਹੁਤ ਵਧੀਆ ਚੀਜ਼ ਆ। ਤੇ ਫਿਰ ਪੰਜਾਬ 'ਚ ਹੋਣ ਲੱਗ ਗਿਆ, ਪੰਜਾਬ 'ਚ ਫਿਰ ਇੱਥੇ ਵੰਡੇ ਵੀ ਬਥੇਰੇ, ਪਰ ਇੱਥੇ ਵੰਡਿਆ ਨਹੀਂ ਸਰਦਾ ਜੀ, ਇਹ ਸਾਂਭਦੇ ਨਹੀਂ। ਤੇ ਫਿਰ ਇਸੇ ਤਰ੍ਹਾਂ ਹੀ ਆ 2000 ਜਦੋਂ ਲੋਕਡਾਊਨ ਵਗੈਰਾ ਲੱਗਾ ਵਾ, ਉਦੋਂ ਇੱਥੇ ਹੀ ਸਾਂ ਤੇ ਉਦੋਂ ਹੋਰ ਵੀ ਸੱਜਣ ਮਿੱਤਰ ਜਿਹੜੇ ਸੀ ਉਹ ਵੀ ਉਹਨਾਂ ਮਿਲਣ ਆਉਣਾ। ਫਿਰ ਇਸੇ ਤਰ੍ਹਾਂ ਹੀ ਇਹਦੇ ਕਰਦੇ ਇਹਦੇ ਪੱਤਿਆਂ ਦੇ ਉੱਤੇ ਰਿਸਰਚ ਕੀਤੀ, ਇਹਦੀ ਚਾਹ ਵਗੈਰਾ ਬਣਦੀ ਆ, ਜਿਹੜਾ ਕਿ ਇੱਕ ਬਹੁਤ ਵਧੀਆ ਇੰਟੀਰੀਅਰ ਬੂਸਟਰ ਸੀ। ਤੇ ਉਦੋਂ ਅਸੀਂ ਕਰੋਨਾ ਦੇ, ਕੋਵਿਡ ਦੇ ਦਿਨਾਂ ਦੇ ਵਿੱਚ ਬਹੁਤ ਇਹਦੀ ਚਾਹ ਵੀ ਪਿਆਈ ਆ, ਜਿੱਥੇ ਵੀ ਕੋਈ ਮਿਲਦਾ ਸੀ। ਕੇਸ ਈਵਨ ਕਿ ਆਪਣੇ ਸੱਜਣ ਮਿੱਤਰ ਵੀ ਜਿਹੜੇ ਹੋਏ ਉਹਨਾਂ ਨੂੰ ਚਾਹ ਇਹਦੇ ਪੱਤੇ ਭੇਜੇ ਆ ਕਿ ਵੀ ਚਾਹ ਇਹਨੂੰ ਪੀ ਕੇ ਵੇਖੋ, ਤੇ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲੇ ਨੇ। ਤੇ ਉਸ ਤੋਂ ਬਾਅਦ ਫਿਰ ਸਮੇਂ ਦੀ ਲੋੜ, ਕਣਕ ਝੋਨੇ ਤੋਂ ਅੱਕ ਚੁੱਕੇ ਆ ਜੀ, ਤੇ ਅਸੀਂ ਫਿਰ ਇਹਦੇ ਵੱਲ ਵਾਧਾ ਕਰਨਾ। ਫਿਰ ਇਸੇ ਤਰ੍ਹਾਂ ਜਿਹੜੇ ਹੋਰ ਸੱਜਣ ਮਿੱਤਰ ਖੇਤੀ ਕਰਦੇ ਆ ਉਹ ਸਾਰੇ ਨਾਲ ਜੁੜਦੇ ਗਏ,
ਐਪਲ ਵਾਲੇ ਵੀ ਇਸੇ ਤਰ੍ਹਾਂ ਹੀ ਜੁੜੇ ਕਿ ਵੀ ਉਹਨਾਂ ਨੂੰ ਵਧੀਆ ਚੀਜ਼ ਲੱਗੀ ਆ। ਸਾਡੇ ਕੋਲ ਕੁਛ ਹੈਗਾ ਸੀ, ਉਧਰੋਂ ਐਪਲ ਵਾਲੀ ਟੀਮ ਜੁੜ ਗਈ, ਡਰੈਗਨ ਵਾਲੇ ਵੀ ਕੁਝ ਸੱਜਣ ਇਸੇ ਤਰ੍ਹਾਂ ਹੀ ਜੁੜ ਗਏ। ਤੇ ਜਿੱਦਾਂ ਹੁਣ ਮਾਰਕੀਟਿੰਗ ਤੇ ਅਸੀਂ ਕੰਟਰੋਲ ਕਰ ਰਹੇ ਹਾਂ, ਹੁਣ ਇਸੇ ਤਰ੍ਹਾਂ ਹੀ ਕਿਸਾਨ ਜਿਹੜੀ ਸੇਲ ਹੋ ਰਹੀ ਆ ਨਾ, ਉਹਦੇ ਵਿੱਚ ਕਿਸਾਨ ਹੀ ਬੇੜਾ ਗਰਕ ਕਰ ਰਿਹਾ ਦੂਜੇ ਦਾ। ਇਹ ਸਬਜ਼ੀ ਵਾਲਿਆਂ ਨੇ, ਵੇਚਣ ਵਾਲਿਆਂ ਨੇ ਤੇ ਕਰਨਾ ਹੀ ਆ, ਮੰਡੀ ਵਾਲਿਆਂ ਨੇ ਤੇ ਕਰਨਾ ਹੀ ਕਰਨਾ ਵਾ, ਰੇਟ ਘਟਾਉਣਾ ਹੀ ਘਟਾਉਣਾ ਵਾ। ਸਾਡੇ ਕਿਸਾਨ ਵੀਰ ਵੀ ਇਹ ਚੀਜ਼ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਵੀ ਉਹ ਚੀਜ਼ ਨਾ ਹੋਵੇ। ਉਹਨਾਂ ਨੂੰ ਤਾੜਨਾ ਵੀ ਕਰ ਰਹੇ ਆ, ਵੱਖ-ਵੱਖ ਤਰੀਕੇ ਨਾਲ ਕਰ ਰਹੇ ਆ ਕਿ ਵੀ ਨਾ ਇਹ ਚੀਜ਼ ਕਰੋ। ਜਿੰਨਾ ਤੁਹਾਡੇ ਕੋਲ ਨਹੀਂ ਵਿਕਦਾ ਤੇ ਇਹ ਕਿਹੜਾ ਕਿ ਵੀ ਹੁਣ ਅਜੇ ਜੇ ਚੀਜ਼ ਇੱਥੇ 10 ਕਿਲੋ ਆ ਜੀ ਤੇ ਬਾਹਰੋਂ 100 ਕਿਲੋ ਅਜੇ ਵੀ ਆ ਰਹੀ, ਇਹਦਾ ਮਤਲਬ ਕਿ 90 ਕਿਲੋ ਦਾ ਗੈਪ ਹੈ, ਉਹ ਜੇ 9 ਸਾਲ 10 ਸਾਲ ਵੀ ਲੱਗ ਸਕਦੇ ਉਹਨੂੰ ਕਵਰ ਕਰਨ ਨੂੰ। ਤੇ ਉਹਨਾਂ ਚਿਰ ਤੁਸੀਂ, ਕਿਉਂਕਿ ਗਾਹਕ ਨੂੰ ਕੀ ਆ ਕਿ ਵੀ ਜੇ ਗਾਹਕ ਨੂੰ ਇੱਕ ਚੀਜ਼ 450 500 ਦੀ ਮਿਲ ਰਹੀ ਆ ਤੇ ਤੁਸੀਂ 150 ਦੀ ਵੇਚ ਰਹੇ ਹੋ ਤਾਂ ਵਿਚਲਾ ਗੈਪ ਬਹੁਤ ਵੱਡਾ ਵਾ, ਜਿਹੜਾ ਇਹ ਕਵਰ ਜਿਹੜਾ ਖਾ ਲੈਂਦੇ ਆ ਮੰਡੀਆਂ ਦੇ ਵਿੱਚ। ਜੇ ਤੂੰ ਉਸ ਮਤਲਬ ਸਿੱਧਾ ਸਾਫ਼ ਪਤਾ ਹੈ ਨਾ ਕਿ ਜਦੋਂ ਕਿਸਾਨ ਦੇ ਖੇਤ ਚੋਂ ਜਾਂਦੀ ਹੈ ਕੋਈ ਵੀ ਚੀਜ਼, ਕੋਈ ਵੀ ਫਸਲ ਜਾਂਦੀ ਹੈ, ਉਸ ਤੋਂ ਬਾਅਦ ਜਿਹੜਾ ਨੈਕਸਟ ਪਰਸਨ ਹੁੰਦਾ ਹੈ, ਵਿਚੋਲਾ ਹੁੰਦਾ ਆ, ਉਹ ਜਿਹੜਾ ਮਾਰਜਨ ਉਹ ਕੱਢ ਜਾਂਦਾ। ਉਹ ਕਿਸਾਨ ਮੈਨੂੰ ਲੱਗਦਾ 3-4 ਮਹੀਨੇ ਦੀ ਫਸਲ ਉਗਾ ਕੇ ਉਹਦੀ ਸਾਂਭ ਕਰਕੇ ਵੀ ਉਹਨਾਂ ਪੈਸਾ ਨਹੀਂ ਕਮਾ ਪਾਉਂਦਾ ਜਿੰਨਾ ਵਿਚੋਲਾ ਜਿਹੜਾ ਇੱਕ ਦਿਨ ਦੇ ਵਿੱਚ ਸਬਜ਼ੀ ਸੇਲ ਕਰਕੇ ਹੀ ਕੱਢ ਲੈਂਦਾ। ਵੇਖੋ ਜੀ, ਡਰੈਗਨ ਆ, ਡਰੈਗਨ ਦੇ ਉੱਤੇ 3 ਸਾਲ ਲੱਗਦੇ ਆ ਜੀ, ਤੇ ਤਕਰੀਬਨ 5-6 ਲੱਖ ਰੁਪਈਆ ਤੇ ਸਟਾਰਟਿੰਗ 'ਚ ਹੀ ਲੱਗ ਜਾਂਦਾ। ਤਾਂ ਬਾਕੀ ਤੁਸੀਂ 2 ਸਾਲ 3 ਸਾਲ ਦੀ ਹੋਰ ਮਿਹਨਤ ਲਾ ਲਓ, 10 ਲੱਖ ਰੁਪਈਆ ਲੱਗ ਗਿਆ ਜੀ। ਜੇ ਅਸੀਂ ਸੋਚੀਏ ਤਾਂ 10 ਲੱਖ ਰੁਪਈਆ ਲੱਗ ਗਿਆ। ਤੇ ਜੇ 10 ਲੱਖ ਰੁਪਈਆ ਵੇਚ ਕੇ ਅਸੀਂ ਉਹੋ ਹੀ ਕੰਮ ਕਰਨੇ ਆ ਕਿ ਵੀ ਅਸੀਂ 150 ਰੁਪਈਏ ਵੇਚ ਲਈਏ, 150 ਰੁਪਈਆ ਵਿਚਲਾ ਕਮਾ ਲੈਂਦਾ, 200 ਵਿਚਲਾ ਕਮਾ ਲਿਆ, ਅਸੀਂ 150 ਹੀ ਕਮਾਉਨੇ ਆ। ਉਹ 150 'ਚ ਵੀ ਸਾਡਾ ਪ੍ਰੋਫਿਟ ਕੋਈ ਨਹੀਂ ਹੈਗਾ ਪਿਛਲੇ ਅਗਲੇ 2-4 ਸਾਲ ਜੇ ਵੇਖਿਓ, ਕਿਉਂਕਿ ਸਾਡੀ ਕਾਸਟਿੰਗ ਹੀ ਕਵਰ ਹੋਣੀ ਆ। ਸਾਡੀ ਜ਼ਮੀਨ ਦਾ ਜੇ ਅਸੀਂ ਉਹਦੀ ਰੈਂਟ ਹੀ ਵੇਖੀ, ਤੁਹਾਨੂੰ 3-4 ਸਾਲ ਬਾਅਦ ਆਉਣ ਲੱਗੇ। ਜੇ ਸਾਡੀ 20 ਲੱਖ ਦਾ ਏਕੜ ਅਸੀਂ ਉਹਦੇ ਤੇ 25 ਲੱਖ ਦਾ ਲਾ ਦਿੱਤਾ ਤਾਂ ਉਹਦਾ ਪ੍ਰੋਫਿਟ ਵੇਖੋ ਕਿ ਵੀ ਉਹ ਵਿਆਜ ਵੇਖੋ, ਇੰਟਰਸਟ ਵੇਖੋ ਕਿ ਵੀ ਕਿੱਥੋਂ ਤੱਕ ਗੱਲ ਜਾ ਪੈਂਦੀ ਹੈ। ਤੇ ਉਹ ਇਸ ਕਰਕੇ ਕਸਟਮਰ ਨੂੰ ਤਾਂ ਮਿਲ ਰਿਹਾ ਵਾ 450 ਹੀ ਜਾਂ 350 ਜਾਂ 450 ਮਿਲ ਰਿਹਾ, ਤੇ ਅਸੀਂ ਵਿਚਲਾ ਗੈਪ ਜਿਹੜਾ ਵਾ ਉਹ ਸਾਰੇ ਮਿਲ ਕੇ ਕਵਰ ਕਰ ਰਹੇ ਹਾਂ। ਕਿ ਜੇ ਕਿਸੇ ਫਾਰਮ ਤੇ ਜ਼ਿਆਦਾ ਹੁੰਦਾ ਵਾ, ਉਥੇ ਖਰਾਬ ਵੀ ਨਹੀਂ ਹੋਣ ਦਿੰਦੇ, ਤਾਂ ਅਸੀਂ ਉੱਥੇ ਉਹਨਾਂ ਨੂੰ ਸਸਤਾ ਵੀ ਨਹੀਂ ਉਹ ਵੇਚਦੇ। ਅਸੀਂ ਉਹ ਮਾਰਜਨ ਨੂੰ ਸਾਰਾ ਸੈੱਟ ਕਰਕੇ ਤੇ ਇੱਕ ਜਗ੍ਹਾ ਤੇ ਅਸੀਂ ਮਤਲਬ ਕਿ ਲਿਆ ਕੇ ਫਿਰ ਅਸੀਂ ਉੱਥੇ 3-4 ਆਊਟਲੈਟ ਬਣਾਏ ਹੋਏ ਨੇ। ਅੰਮ੍ਰਿਤਸਰ 'ਚ ਵੀ ਹੈਗਾ, ਤਰਨਤਾਰਨ ਵੀ ਹੈਗਾ, ਇੱਥੇ ਸਾਡੇ ਕੋਲ ਜੰਡਿਆਲਾ ਗੁਰੂ ਵੀ ਹੈਗਾ। ਤੇ ਹੋਰ ਵੀ ਜਿੱਥੇ ਕਿਸੇ ਨੂੰ ਲੋੜ ਹੁੰਦੀ ਆ ਅਸੀਂ ਫਿਰ ਉੱਥੇ 10 ਕਿਲੋ 15 ਕਿਲੋ ਉਹ ਗਾੜੀ ਫਿਰ ਉਸੇ ਹਿਸਾਬ ਨਾਲ ਅੱਗੇ ਕਸਟਮਰ ਨੂੰ ਸਹੀ ਰੇਟ ਤੇ ਪਹੁੰਚਾ। ਹੁਣ ਡਾਕਟਰਾਂ ਮਤਲਬ ਕਿ ਡੇਂਗੂ ਦੇ ਦਿਨਾਂ ਦੇ ਵਿੱਚ 850 ਰੁਪਈਆ ਵੀ ਅੰਮ੍ਰਿਤਸਰ ਵਿਕ ਗਿਆ। ਤੇ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਨਾਰੀਅਲ ਪਾਣੀ ਔਰ ਨਾਰੀਅਲ ਦੇ ਰੇਟ ਕਰੋਨਾ ਦੇ ਦੌਰਾਨ ਬੜੇ ਅਪ ਚਲੇ ਗਏ ਸੀਗੇ, ਇਵੇਂ ਜਦੋਂ ਡੇਂਗੂ ਆਉਂਦਾ ਹੈ ਤਾਂ ਫਿਰ ਡਰੈਗਨ ਫਰੂਟ ਦੇ ਰੇਟ ਅਪ ਹੋ ਗਏ। ਇਸੇ ਤਰ੍ਹਾਂ ਜੀ ਐਵੇਂ ਤਾਮਿਲਨਾਡੂ ਜਿੱਥੇ ਵੀ ਹੋ ਰਿਹਾ ਵਾ ਕੋਕੋਨਟ ਨਾਰੀਅਲ ਕਹਿ ਲਈਏ, ਤਾਂ ਉੱਥੇ ਰੇਟ ਕੁਝ ਵੀ ਨਹੀਂ ਹੁੰਦਾ ਤੇ ਇੱਧਰ ਆ ਗਿਆ। ਲੱਗਦਾ ਕਿ 4-5 ਰੁਪਏ ਦਾ ਨਾਰੀਅਲ ਮਿਲਦਾ ਹੋਣਾ ਉੱਥੇ। ਇੰਨਾ ਵੀ ਸਸਤਾ ਨਹੀਂ ਹੈਗਾ, ਮਤਲਬ ਕਿ 12 15 20 22 ਮਤਲਬ ਕਿ ਇੰਨੇ 12 15 ਤੋਂ 22 25 ਰੁਪਏ ਤੱਕ ਰੇਟ ਰਹਿੰਦਾ ਵਾ। ਅਸੀਂ ਟਰਾਈ ਕੀਤਾ ਸੀ ਕਿ ਵੀ ਚਲੋ ਇੱਥੇ ਲਿਆ ਕੇ ਕੁਛ ਨਾ ਕੁਛ ਕਰਦੇ ਆ ਉਹਦਾ, ਪਰ ਉਹ ਕਹਿ ਲਓ ਕਿ ਵੀ ਸਿਰਫ ਮਾਰਕੀਟਿੰਗ ਦੇ ਥੋੜਾ ਟਾਈਮ ਲੱਗੂਗਾ ਜੇ ਉਹ ਚੀਜ਼ ਨੂੰ ਵੇਖਣ ਤੇ। ਕਿਉਂਕਿ ਹੁਣ ਇੱਥੇ 60 65 70 80 ਰੁਪਏ ਤੱਕ ਵੀ ਗਿਆ ਉਹਦਾ ਰੇਟ, 100 ਰੁਪਏ ਮੋਸਟਲੀ ਅਜੇ ਵੀ ਜਿਹੜਾ ਰੇਟ ਹੈਗਾ। ਹਾਂਜੀ, ਤੇ ਉਹ ਇੱਕ ਵੀ ਗੈਪ ਵੇਖੋ ਕਿੰਨਾ ਵਾ। ਤੇ ਹੁਣ ਇਹ ਜੁੜਾਂਗੇ ਤੇ ਫੇਰ ਹੀ ਇਹ ਸਾਰੀਆਂ ਗੈਪ ਕਵਰ ਹੋਣੇ ਆ ਨੇ ਜੀ। ਤੇ ਹੌਲੀ ਹੌਲੀ ਪਲੈਨਿੰਗ ਕਰਕੇ ਹੁਣ ਡਰੈਗਨ 'ਚ ਬਹੁਤ ਵਧੀਆ ਮਾਰਕੀਟ ਬਣ ਚੁੱਕੀ ਆ ਔਰ ਬਹੁਤ ਅੱਗੇ ਬਣ ਰਹੀ। ਇਕੱਲਾ ਇਹੋ ਹੀ ਨਹੀਂ, ਡਰੈਗਨ ਦੇ ਉੱਪਰੋਂ ਕਈ ਪ੍ਰੋਡਕਟ ਵੀ ਤਿਆਰ ਹੋ ਰਹੇ, ਸ਼ੇਕ ਵਗੈਰਾ ਤਿਆਰ ਹੋ ਰਹੇ ਆ, ਟੀ ਤਿਆਰ ਹੋ ਸਕਦੀ ਹੈ ਜੀ। ਫਿਰ ਇਸੇ ਤਰ੍ਹਾਂ ਜੈਮ ਆ ਇਹਦੇ, ਤੇ ਫਿਰ ਇਹਦਾ ਕਲਰ ਵਗੈਰਾ ਵੀ ਯਾਨੀ ਕਿ ਇੱਕ ਤਾਂ ਤੁਸੀਂ ਪ੍ਰੋਡਿਊਸ ਖੁਦ ਕਰੋ, ਇੱਕ ਇਹਦੇ ਪ੍ਰੋਡਕਟ ਜਿਹੜੇ ਆ ਉਹ ਖੁਦ ਬਣਾਓ, ਤੇ ਫਿਰ ਜਿਹੜਾ ਮਾਰਜਨ ਹੈ ਇਹਦੇ 'ਚ 100% 100 ਕੀ 100 ਤੋਂ ਵੀ ਪਲੱਸ ਅਸੀਂ ਜਾ ਸਕਦੇ ਹਾਂ ਜੀ। ਹੁਣ ਤਾਂ ਬਹੁਤ ਛੋਟੀਆਂ ਮਸ਼ੀਨਾਂ ਆ ਗਈਆਂ ਵਾ, 5-6 ਕਿਸਾਨ ਇਕੱਠੇ ਹੋ ਕੇ ਉਹਨਾਂ ਨੂੰ ਕਰ ਸਕਦੇ। ਅਸੀਂ ਹੌਲੀ ਹੌਲੀ ਕਰ ਰਹੇ ਹਾਂ ਇੱਥੇ ਇਸ ਆਊਟਲੈਟ ਤੇ ਜਿਹੜਾ ਤੁਸੀਂ ਵੀਡੀਓ 'ਚ ਵੇਖੋਗੇ ਜੰਡਿਆਲਾ ਗੁਰੂ, ਤੇ ਇੱਥੇ ਸਾਰੇ ਹੀ ਹੌਲੀ ਹੌਲੀ ਕਹਿ ਲਓ ਕਿ ਮਲਟੀ ਪਰਪਸ ਮਸ਼ੀਨਸ ਵਗੈਰਾ ਹੈਗੀਆਂ ਨੇ ਜਿਹੜੀਆਂ ਜੈਮ ਜੂਸ। ਯਾਨੀ ਕਿ ਇਹਨੂੰ ਅਸੀਂ ਇੱਕ ਲਘੂ ਉਦਯੋਗ ਜਿਵੇਂ ਕਹਿੰਦੇ ਸੀਗੇ ਪਹਿਲਾਂ ਕਿ ਪ੍ਰਮੋਟ ਕੀਤਾ ਜਾਂਦਾ ਸੀਗਾ। ਤੁਸੀਂ ਹਲਦੀ ਵਾਲਾ ਜਿਹੜਾ ਉਹ ਲਘੂ ਉਦਯੋਗ ਵਰਤੋ ਜਾਂ ਉਸਨੂੰ ਬਣਾਓ, ਹਲਦੀ ਖੁਦ ਤਿਆਰ ਕਰੋ। ਫਿਰ ਅਸੀਂ ਸਰੋਂ ਦੇ ਤੇਲ ਦੀ ਗੱਲ ਕਰ ਲਈਏ ਜਾਂ ਸੂਰਜਮੁਖੀ ਦੇ ਤੇਲ ਦੀ, ਜਾਂ ਕੋਈ ਭਾਂਡੇ ਬਣਾਉਣ ਵਾਲਾ ਹੈ, ਉਹ ਇੱਕ ਉਦਯੋਗ ਹੁੰਦੇ ਸੀਗੇ ਪਹਿਲਾਂ। ਹੁਣ ਉਸੇ ਚੀਜ਼ ਨੂੰ ਦੁਬਾਰਾ ਅਸੀਂ ਰਿਪੀਟ ਕਰਾਂਗੇ ਜੋ ਸਾਡਾ ਪੁਰਾਤਨ ਸੀਗਾ, ਤੇ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਰਥਿਕ ਪੱਖ ਤੋਂ ਕਿਸਾਨ ਜਿਹੜਾ ਆ ਉਹ ਉੱਪਰ ਉੱਠ ਸਕੂ। ਹਾਂਜੀ ਜ਼ਰੂਰ ਜੀ, ਕਰਨਾ ਚਾਹੀਦਾ, ਲੋੜ ਵੀ ਹੈਗੀ ਆ ਸਾਡੀ। ਹੁਣ ਜੇ ਸਰੋਂ ਦੇ ਤੇਲ ਹੁਣ ਉਸੇ ਮਸ਼ੀਨ ਨਾਲ
50 ਤਰ੍ਹਾਂ ਦੇ ਤੇਲ ਨਿਕਲ ਆਉਂਦੇ ਆ ਜੀ। ਹੁਣ ਆਵਾਕਾਡੋ ਅਸੀਂ ਕਿਸਾਨ ਕਹਿੰਦਾ ਕਿ ਵੀ ਖਰਾਬ ਹੋਊਗਾ, ਮੈਂ ਕਿਹਾ ਲਿਆਓ ਭਾਜੀ ਤੁਸੀਂ ਕਰਨ ਵਾਲੇ ਬਣੋ, ਇਹਦੀ ਛੋਟੀਆਂ ਛੋਟੀਆਂ ਮਸ਼ੀਨਾਂ ਆ ਚੁੱਕੀਆਂ ਨੇ, ਖਰਾਬ ਵੀ ਨਹੀਂ ਹੋਣ। ਖਰਾਬ ਵੀ ਨਹੀਂ ਹੋਣ। ਇਹ ਪਹਿਲੋਂ ਤੇ ਇਹਨੂੰ ਕੋਈ ਵੇਖੋ ਜੀ ਜਾਨਵਰ ਨਹੀਂ ਟੁਕਦਾ, 2-4 ਪੀਸ ਟੁਕਦਾ ਵਾ, ਤੋਤਾ ਆਪਣੀ ਆਦਤ ਤੋਂ ਮਜਬੂਰ ਆ। ਇਹਦੇ ਵਿੱਚ ਪਰਸੀਮਨ ਨਾਂ ਦਾ ਟੌਕਸਿਨ ਹੁੰਦਾ, ਜਿਹਦੇ ਕਰਕੇ ਕੌੜਾ ਹੁੰਦਾ ਵਾ, ਕਸੈਲਾ ਜਿਹਾ ਹੁੰਦਾ, ਆਪਾਂ ਵੀ ਨਹੀਂ ਖਾ ਸਕਦੇ ਕੱਚਾ, ਤੇ ਉਹਨੂੰ ਨਹੀਂ ਖਾਂਦਾ। ਤੇ ਫਿਰ ਉਸ ਤੋਂ ਬਾਅਦ ਬਾਂਦਰ ਆ, ਚਲੋ ਵੀ ਉਹਨੇ ਤੇ ਉਜਾੜਾ ਕਰਨਾ, ਉਹ ਅਲੱਗ ਚੀਜ਼। ਹਿਮਾਚਲ ਦੇ ਵਿੱਚ ਸਾਨੂੰ ਇਹ ਚੀਜ਼ ਇੱਥੇ ਇਦਾਂ ਦੀ ਪੰਜਾਬ 'ਚ ਤਾਂ ਇਹ ਪ੍ਰੋਬਲਮ ਨਹੀਂ, ਇਦਾਂ ਨਹੀਂ। ਹੁਸ਼ਿਆਰਪੁਰ ਜਾਂ ਹਿਮਾਚਲ ਵਗੈਰਾ ਦੇ ਵਿੱਚ ਉਹ ਸਾਨੂੰ ਵੇਖਣ ਨੂੰ ਹੈਗੇ ਨੇ ਕਿ ਵੀ ਉਧਰ ਇਹ ਚੀਜ਼ਾਂ ਆਉਣਗੀਆਂ, ਤੇ ਉਧਰ ਚਲੋ ਅਸੀਂ ਉਸੇ ਹਿਸਾਬ ਨਾਲ ਉਹਦਾ ਕਰਦੇ ਕਿ ਚਲੋ ਕੱਚਾ ਵਾ, ਤੇ ਕੱਚੇ ਦਾ ਜਿਹੜਾ ਹੈਗਾ, ਜੇ ਕੱਚਾ ਟੁੱਟਦਾ ਵਾ ਤੇ ਉਹਦਾ ਵੀ ਤੇਲ ਨਿਕਲ ਆਉਂਦਾ, ਉਹ ਜਿਹੜਾ ਹੈਗਾ ਬਿਊਟੀ ਪ੍ਰੋਡਕਟ ਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ। ਜਿਹੜਾ ਪੱਕ ਚੁੱਕਾ ਵਾ ਉਹਦਾ ਤੇਲ ਬਹੁਤ ਵਧੀਆ ਕਿ ਅਸੀਂ ਕੁਕਿੰਗ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਜੀ। ਕੁਕਿੰਗ ਆਇਲ ਵੀ ਬਿਲਕੁਲ ਇਹਦਾ ਆਉਂਦਾ ਬਣ ਸਕਦਾ। ਅਸੀਂ ਬਣਾ ਰਹੇ ਹਾਂ, ਮਤਲਬ ਕਿ ਜਿੰਨਾ ਕੁ ਸਾਨੂੰ ਆਪਣੇ ਘਰ ਵਰਤਣ ਵਿੱਚ ਲੋੜ ਹੁੰਦੀ ਆ, ਤਾਂ ਅਸੀਂ ਇਹਦਾ ਤੇਲ ਉਹਨਾਂ ਕੱਢ ਰਹੇ ਹਾਂ ਜੀ। ਬਹੁਤ ਖੂਬਸੂਰਤ ਹੈ ਕਿ ਕਿਵੇਂ ਕਿਸਾਨ ਜਿਹੜਾ ਆ ਫਸਲੀ ਚੱਕਰਾਂ ਤੋਂ ਬਚ ਕੇ, ਕਿਉਂਕਿ MSP ਮਿਲ ਨਹੀਂ ਰਹੀ, ਕਿਸਾਨ ਬਾਰਡਰਾਂ ਤੇ ਬੈਠੇ ਹੋਏ ਨੇ, ਅਜੇ ਤੱਕ 11 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਉਹਨਾਂ ਨੂੰ ਕੋਈ ਵੀ ਗਰੰਟੀ ਜਿਹੜੀ MSP ਦੀ ਲਿਖਤ ਰੂਪ ਵਿੱਚ ਨਹੀਂ ਮਿਲੀ, ਨਾ ਹੀ ਜਿਹੜੇ 3 ਕਾਨੂੰਨ ਨੇ ਉਹ ਰੱਦ ਹੋਏ ਨੇ। ਸੋ ਫਸਲੀ ਚੱਕਰ ਤੋਂ ਬਚਣ ਦੇ ਲਈ ਨਵੇਂ ਉਪਾਅ ਨੇ। ਨੌਜਵਾਨ ਜਿਹੜੇ ਨੇ ਉਹ ਹੋਰਨਾਂ ਦੇਸ਼ਾਂ 'ਚ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਚੀਜ਼ਾਂ ਨੂੰ ਦੇਖਦੇ ਨੇ ਤੇ ਉਹ ਕੋਸ਼ਿਸ਼ ਕਰਦੇ ਨੇ ਕਿ ਸਾਡੇ ਪੰਜਾਬ ਵਿੱਚ ਵੀ ਉਹ ਚੀਜ਼ਾਂ ਹੋਣ, ਤਾਂ ਜੋ ਅਸੀਂ ਵੀ ਆਰਥਿਕ ਪੱਖ ਤੋਂ ਉਨੇ ਹੀ ਮਜ਼ਬੂਤ ਹੋ ਸਕੀਏ ਜਿੰਨੇ ਕਿ ਦੂਜੇ ਦੇਸ਼ ਨੇ, ਦੂਜੀ ਕੰਟਰੀਜ਼ ਨੇ। ਸੋ ਜਿਹੜੀਆਂ ਐਫਰਟਸ ਨੇ, ਕੋਸ਼ਿਸ਼ ਨੇ ਹਰਮਨਪ੍ਰੀਤ ਸਿੰਘ ਹੋਣਾ ਨੇ ਕੀਤੀਆਂ ਨੇ, ਔਰ ਇੱਕ ਨਵੀਂ ਚੀਜ਼ ਪੰਜਾਬ ਵਿੱਚ ਲਿਆ ਕੇ ਉਸਨੂੰ ਸਾਬਿਤ ਵੀ ਕੀਤਾ ਹੈ। ਔਰ ਵੱਧ ਮੁਨਾਫਾ ਜਿਹੜਾ ਆ, ਜਦੋਂ ਅਸੀਂ ਬਾਹਰ ਤੋਂ ਇੰਪੋਰਟ ਕਰਦੇ ਹਾਂ ਕੋਈ ਵੀ ਚੀਜ਼, ਉਹਦੇ ਤੋਂ ਲੈ ਕੇ ਤੇ ਜੇ ਅਸੀਂ ਇਸ ਨੂੰ ਪੰਜਾਬ ਵਿੱਚ ਹੀ ਉਗਾ ਲਈਏ ਤਾਂ ਮੁਨਾਫਾ ਇੱਥੋਂ ਦੇ ਲੋਕਾਂ ਨੂੰ ਹੀ ਮਿਲਣਾ ਹੈ। ਸੋ ਬੜੀ ਬਾਖੂਬੀ ਜਿਹੜਾ ਹੈ ਇਸ ਤਰੀਕੇ ਦੇ ਨਾਲ ਖੇਤੀ ਹੋਈ ਆ, ਔਰ ਖੇਤੀ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਵੀ ਸਾਹਮਣੇ ਆ, ਔਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦੇਖਣੀ ਜ਼ਰੂਰ ਚਾਹੀਦੀ ਤੇ ਇਸ ਨੂੰ ਜ਼ਰੂਰ ਕਿਤੇ ਨਾ ਕਿਤੇ ਵਰਤੋਂ ਵਿੱਚ ਵੀ ਲਿਆਉਣਾ ਹੁਣ ਜ਼ਰੂਰੀ ਹੋ ਗਿਆ ਫਸਲੀ ਚੱਕਰ ਤੋਂ ਬਚਣ ਦੇ ਲਈ। ਰੁੱਖਾਂ ਬੂਟਿਆਂ ਦੇ ਨਾਲ ਪਿਆਰ ਸੀ ਤੇ ਉਸੇ ਪਿਆਰ ਨੂੰ ਹੀ ਅੱਜ ਰੁਜ਼ਗਾਰ ਵੀ ਬਣਾ ਲਿਆ। ਸੋ ਸਾਡੇ ਨਾਲ ਹਰਮਨਪ੍ਰੀਤ ਜੀ ਦੇ ਵਾਈਫ ਹਰਵਿੰਦਰ ਕੌਰ ਜੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹੱਥਾਂ ਵਿੱਚ ਚੂੜਾ ਪਾਇਆ ਤੇ ਨਾਲ ਦੀ ਨਾਲ ਹੀ ਤੁਸੀਂ ਉਹਨਾਂ ਦਾ ਸਾਥ ਵੀ ਦਿੱਤਾ ਹੈ, ਔਰ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਸ ਰੁਜ਼ਗਾਰ ਨੂੰ ਉਹਨਾਂ ਦੇ ਨਾਲ ਉਜਾਗਰ ਕਰਨ ਦੇ ਵਿੱਚ? ਇਹਦੇ ਵਿੱਚ ਕਿੰਨੀ ਕੁ ਭੂਮਿਕਾ ਤੁਹਾਡੀ ਸੀਗੀ? ਦੇਖੋ ਜੀ, ਮੇਰੇ ਹਸਬੈਂਡ ਦਾ ਇੰਟਰਸਟ ਸੀ ਇਹਨਾਂ ਚੀਜ਼ਾਂ ਦੇ ਨਾਲ, ਸੋ ਮੇਰਾ ਵੀ ਇੰਟਰਸਟ ਉਸ ਚੀਜ਼ ਦੇ ਨਾਲ ਵੱਧ ਗਿਆ। ਸਟਾਰਟਿੰਗ ਦੇ ਵਿੱਚ ਥੋੜੀਆਂ ਪ੍ਰੋਬਲਮ ਆਈਆਂ, ਬਟ ਦੋਨੇ ਜਾਣੇ ਲੱਗੇ, ਸੋ ਬਹੁਤ ਵਧੀਆ। ਜਦੋਂ ਚੂੜਾ ਪਾ ਕੇ ਆਏ ਸੀ ਉਦੋਂ ਪਤਾ ਸੀਗਾ ਵੀ ਇੱਥੇ ਆ ਕੇ ਵੀ ਇੰਨੀ ਮਿਹਨਤ ਨਾਲ ਕਰਨੀ ਪਏਗੀ? ਨਹੀਂ ਜੀ, ਬਿਲਕੁਲ ਨਹੀਂ ਸੀ ਅੰਦਾਜ਼ਾ ਇਸ ਚੀਜ਼ ਦਾ। ਮਿਹਨਤ ਕਰਨਾ ਚਾਹੁੰਦੇ ਹਾਂ, ਬਟ ਇਸ ਤਰ੍ਹਾਂ ਮਿੱਟੀ ਨਾਲ ਮਿੱਟੀ ਹੋ ਕੇ ਨਹੀਂ ਪਤਾ। ਮਤਲਬ ਪੁਰਾਣੇ ਸਮੇਂ ਵਾਂਗੂ ਮਿੱਟੀ ਨਾਲ ਮਿੱਟੀ ਹੋਏ ਤੁਸੀਂ ਨਾਲ ਆ ਕੇ ਇਸ ਰੁਜ਼ਗਾਰ ਨੂੰ ਸਥਾਪਿਤ ਕੀਤਾ? ਹਾਂਜੀ ਹਾਂਜੀ, ਬਿਲਕੁਲ ਜੀ, ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ, ਚੂੜੇ ਵਾਲੇ ਹੱਥਾਂ ਨਾਲ ਮਿੱਟੀ ਦੇ ਨਾਲ ਮਿੱਟੀ ਹੋਏ ਆ ਜੀ। ਔਰ ਅੱਜ ਫਿਰ ਮਿਹਨਤ ਦਾ ਮੁੱਲ ਵੀ ਲੱਗਦਾ ਹੈ ਕਿ ਪੈ ਗਿਆ? ਹਾਂਜੀ, ਬਹੁਤ ਵਧੀਆ ਰਿਸਪੌਂਸ ਮਿਲਿਆ ਵਾ। ਜਿਸ ਚੀਜ਼ ਨੂੰ ਅਸੀਂ ਕਰਨਾ ਚਾਹੁੰਦੇ ਹੈਗੇ ਉਹ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ। ਕਿਹੜੇ ਫਰੂਟਸ, ਵੈਸੇ ਤੁਹਾਡੇ ਜੇ ਅਸੀਂ ਪਹਿਲਾਂ ਹਸਬੈਂਡ ਦੀ ਗੱਲ ਕਰਦੇ ਆ ਹਰਮਨ ਹੋਣਾ ਦੀ, ਤਾਂ ਕਿੰਨਾ ਕੁ ਉਹਨਾਂ ਨੂੰ ਲਗਾਵ ਸੀਗਾ ਰੁੱਖਾਂ ਦੇ ਨਾਲ? ਕਿਹੜੀ ਚੀਜ਼ ਆ ਵੀ ਉਹ ਜਿਹੜੀ ਪੰਜਾਬ ਨੂੰ ਖਾਸ ਤੌਰ ਤੇ, ਬੇਸ਼ੱਕ ਰੁਜ਼ਗਾਰ ਹੈ ਪਰ ਉਹਦੇ ਥਰੂ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕਿਸਾਨ ਕਿਸਾਨੀ ਕਰਦਾ ਹੈ ਨਾ, ਤਾਂ ਉਹ ਅੰਨ ਉਗਾ ਕੇ ਦਿੰਦਾ ਹੈ। ਫਿਰ ਤੁਹਾਡੇ ਹਸਬੈਂਡ ਵੀ ਇਹ ਰੁਜ਼ਗਾਰ ਕਰ ਰਹੇ ਨੇ, ਸੋ ਇਹਦੇ ਥਰੂ ਕੀ ਉਹਨਾਂ ਦੀ ਅਸਲ ਮੋਟਿਵ ਕੀ ਚਾਹੁੰਦੇ ਕੀ ਹੈ ਕਿ ਪੰਜਾਬ ਵਿੱਚ ਕਿਹੋ ਜਿਹੀ ਦੇਣ ਦੇਣਾ ਚਾਹੁੰਦੇ ਨੇ? ਦੇਖੋ ਜੀ, ਪੰਜਾਬ ਦੇ ਵਿੱਚ ਕਣਕ ਝੋਨੇ ਨੂੰ ਛੱਡ ਕੇ ਚਾਹੁੰਦੇ ਕਿ ਫਰੂਟ ਵੀ ਆਵੇ, ਕਿਉਂਕਿ ਫਰੂਟ ਨਾਰਮਲ ਕਿਸਾਨ ਤੱਕ ਜਾਂ ਵੈਸੇ ਕਈ ਆਮ ਇਨਸਾਨ ਤੱਕ ਨਹੀਂ ਪਹੁੰਚ ਪਾਉਂਦਾ, ਕਿਉਂਕਿ ਸਾਡੇ ਫਰੂਟ ਹੈ ਹੀ ਨਹੀਂ ਪੰਜਾਬ ਦੇ ਵਿੱਚ। ਸਾਰਾ ਫਰੂਟ ਬਾਹਰੋਂ ਆਉਂਦਾ, ਜਿਸ ਕਾਰਨ ਮਹਿੰਗਾ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਕਿਸਾਨ ਨੂੰ ਇਹਦਾ ਬੈਨੀਫਿਟ ਹੋਵੇ, ਦੂਜਾ ਕੀ ਆ, ਹਰ ਇਨਸਾਨ ਖਾ ਸਕੇ, ਕਿਉਂਕਿ ਫਰੂਟ ਦੇ ਵਿੱਚ ਜਿੰਨੇ ਵਿਟਾਮਿਨ ਸਭ ਕੁਝ ਹੁੰਦਾ, ਅਸੀਂ ਜਾਣਦੇ ਹਾਂ ਸਭ ਕੁਝ। ਜਦੋਂ ਕੋਈ ਬਿਮਾਰ ਹੁੰਦਾ ਤਾਂ ਡਾਕਟਰ ਸੁਜੈਸਟ ਕਰਦੇ ਨੇ ਫਰੂਟ ਹੀ ਖਾਓ। ਇਸ ਕਰਕੇ ਡਰੈਗਨ ਫਰੂਟ ਵੀ ਇੱਥੇ ਮਿਲਦਾ ਆ, ਔਰ ਤੁਸੀਂ ਇੱਥੋਂ ਸੇਲ ਵੀ ਜਿਹੜਾ ਆ ਉਹਦੇ ਰੁੱਖ ਜਿਹੜੇ ਉਹ ਇੱਥੋਂ ਵੀ ਸੇਲ ਕਰਦੇ ਹੋ ਤੇ ਇੱਥੋਂ ਫਿਰ ਕਿਸਾਨ ਲੈ ਕੇ ਜਾਂਦੇ ਨੇ। ਫਿਰ ਕਿੰਨੇ ਕੁ ਕਿਸਾਨ ਜਿਹੜੇ ਨੇ ਡਰੈਗਨ ਫਰੂਟ ਦੀ ਖੇਤੀ ਜਿਹੜੀ ਆ ਉਹ ਕਰ ਰਹੇ ਨੇ, ਇੱਥੋਂ ਲਿਜਾ ਕੇ ਲਗਾਏ ਨੇ ਉਹਨਾਂ ਖੇਤਾਂ 'ਚ? ਦੇਖੋ ਜੀ, ਪਹਿਲਾਂ ਤਾਂ ਡਰੈਗਨ ਆਪਣੇ ਵੀ ਪੰਜਾਬ ਵਿੱਚ ਹੈ ਨਹੀਂ ਸੀ, ਠੀਕ ਹੈ,
ਬਿਲਕੁਲ ਥੋੜੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੂੰ ਵੀ ਇੰਨਾ ਵਧੀਆ ਰਿਸਪੌਂਸ ਮਿਲਿਆ ਵਾ, ਸਾਡੇ ਨਾਲ ਕੰਟੈਕਟ ਦੇ ਵਿੱਚ ਨੇ ਉਹ ਵਾਲੇ ਫਾਰਮਰ ਵੀ, ਠੀਕ ਆ ਜੀ। ਫਿਰ ਅੱਗੇ ਦੀ ਅੱਗੇ ਹੁਣ ਹਰ ਕੋਈ ਘਰ ਦੇ ਵਿੱਚ ਵੀ ਇਸ ਨੂੰ ਉਗਾ ਰਿਹਾ ਵਾ, ਕਿਉਂਕਿ ਅਸੀਂ ਜਾਣਦੇ ਹਾਂ ਜਿਸ ਕਾਰਨ ਸੈੱਲ ਡਾਊਨ ਹੁੰਦੇ ਨੇ, ਹਰ ਡਾਕਟਰ ਵੀ ਦੱਸ ਦਿੰਦਾ ਵੀ ਡਰੈਗਨ ਫਰੂਟ ਲਵੋ, ਪਹਿਲੀ ਡਿਮਾਂਡ ਹੋ ਜਾਂਦੀ ਹੈ ਪੇਸ਼ੈਂਟ ਦੀ ਵੀ, ਠੀਕ ਆ ਜੀ। ਇਸ ਕਰਕੇ ਹਰ ਘਰ ਦੇ ਵਿੱਚ ਕਾਫੀ ਸਾਨੂੰ ਰਿਸਪੌਂਸ ਮਿਲਿਆ, ਜਦੋਂ ਵੀ ਕਸਟਮਰ ਆਉਂਦਾ ਡਰੈਗਨ ਫਰੂਟ ਵੀ ਸਾਨੂੰ ਚਾਹੀਦਾ ਨਾ ਲੈ ਕੇ ਜਾ ਲੈ ਕੇ ਜਾਂਦੇ ਨੇ। ਹੋਰ ਕਿਹੜੀ ਖਾਸ ਚੀਜ਼ ਹੈ ਵੀ ਜਿਹੜੀ ਉਹ ਤੁਸੀਂ ਇੱਥੋਂ ਦਿੰਦੇ ਹੋ? ਹੋਰ ਸਾਡੇ ਕੋਲ ਆਵਾਕਾਡੋ ਫਰੂਟ ਇਹੋ ਜਿਹਾ ਵਾ ਜਿੱਥੇ ਸ਼ਾਇਦ ਪੰਜਾਬ ਦੇ ਵਿੱਚ ਬਹੁਤ ਘੱਟ ਲੋਕੀ ਜਾਣਦੇ ਨੇ, ਜਿਨ੍ਹਾਂ ਦੇ ਕੋਈ ਰਿਲੇਟਿਵ ਬਾਹਰ ਨੇ ਉਹੀ ਜਾਣਦੇ ਨੇ ਜਿਨ੍ਹਾਂ ਬਾਹਰ ਟੇਸਟ ਕੀਤਾ ਹੈ। ਬਟ ਇਹੋ ਜਿਹਾ ਫਰੂਟ ਆ ਦੁਨੀਆ ਤੇ ਜਿਹਨੂੰ ਬੈਸਟ ਮੰਨਿਆ ਗਿਆ ਵਾ। ਅਸੀਂ ਚਾਹੁੰਦੇ ਹਾਂ ਵੀ ਘਰ ਘਰ ਦੇ ਵਿੱਚ ਉਹ ਵੀ ਫਰੂਟ ਹੋਣਾ ਚਾਹੀਦਾ, ਕਿਉਂਕਿ ਜਿਸ ਸਮੇਂ ਆਪਣੇ ਪੰਜਾਬ ਦੇ ਵਿੱਚ ਬਿਮਾਰੀਆਂ ਦਾ ਦੌਰ ਵੱਧ ਰਿਹਾ ਵਾ, ਫਰੂਟ ਦੀ ਡਿਮਾਂਡ ਉਨੀ ਹੀ ਵੱਧ ਰਹੀ ਹੈ। ਕਰੋਨਾ ਬੱਕਰੀ ਦਾ ਦੁੱਧ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਹੋ ਵੀ ਸੈੱਲ ਘਟ ਜਾਂਦੇ, ਡੇਂਗੂ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ ਫੈਲਿਆ ਹੋਇਆ, ਤੇ ਬੱਕਰੀ ਦਾ ਦੁੱਧ ਖਾਸ ਤੌਰ ਤੇ ਲੋਕ ਪੀਂਦੇ ਨੇ ਔਰ ਉਹਦਾ ਡਿਮਾਂਡ ਜਦੋਂ ਵਧੀ ਫਿਰ ਉਹਦਾ ਰੇਟ ਵੀ ਉਨਾ ਹੀ ਅਪ ਹੋ ਗਿਆ। ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦੀਆਂ ਚੀਜ਼ਾਂ, ਕੀ ਵੀ ਲੈ ਕੇ ਖਾਂਦੇ ਨੇ। ਸੋ ਕਰੋਨਾ ਦੇ ਸਮੇਂ ਦੇ ਵਿੱਚ ਵੀ ਅਜਿਹੇ ਹਾਲਾਤ ਹੋ ਜਾਂਦੇ ਨੇ। ਸੋ ਉਹਨਾਂ ਹਾਲਾਤਾਂ ਦੇ ਲਈ ਜੇ ਸਾਡੇ ਕੋਲੇ ਫਰੂਟ ਮਤਲਬ ਬੂਟਾ ਹੁੰਦਾ, ਰੁੱਖ ਹੁੰਦਾ ਤਾਂ ਉਹ ਮੈਨੂੰ ਲੱਗਦਾ ਨਹੀਂ ਸ਼ਾਇਦ ਕਿਤੇ ਵੀ ਜਾਊ, ਫਰੂਟ ਤਾਂ ਜ਼ਰੂਰ ਦਊਗਾ ਹੀ। ਹਾਂਜੀ ਹਾਂਜੀ, ਫਰੂਟ ਦਊਗਾ, ਛਾਂ ਦਊਗਾ, ਫਿਰ ਕੀ ਆ ਬਾਰਿਸ਼ ਕਰਨ ਵਿੱਚ ਸਹਾਈ ਹੁੰਦੇ ਨੇ ਜਿੰਨੇ ਵੀ ਦਰਖਤ ਨੇ, ਕਿਉਂਕਿ ਜਿੰਨਾ ਵੱਡਾ ਦਰਖਤ ਹੋਊਗਾ ਬਾਰਿਸ਼ ਕਰਨ ਵਿੱਚ ਬਹੁਤ ਜ਼ਿਆਦਾ ਉਹ ਸਹਾਈ ਹੁੰਦਾ ਵਾ। ਬੜੀ ਇੰਪੋਰਟੈਂਟ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਬਾਰਿਸ਼ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ, ਕਿਉਂਕਿ ਦੋ ਹੀ ਫਸਲਾਂ ਜਿਹੜੀਆਂ ਨੇ ਕਿਸਾਨ ਪੰਜਾਬ 'ਚ ਉਗਾਉਂਦੇ ਨੇ, ਕਿਉਂਕਿ MSP ਸਿਰਫ ਮਿਲਦੀ ਹੈਗੀ ਆ ਕਣਕ ਤੇ ਜਾਂ ਝੋਨੇ ਤੇ। ਉਸ ਤੋਂ ਇਲਾਵਾ ਜੇ ਅਸੀਂ ਮੱਕੀ ਦੇ ਹਾਲਾਤ ਦੇਖਦੇ ਹਾਂ, ਜੇ ਅਸੀਂ ਕਪਾਹ ਦੇ ਹਾਲਾਤ ਦੇਖਦੇ ਹਾਂ ਤਾਂ ਫਸਲ ਰੁਲ ਜਾਂਦੀ ਆ ਔਰ ਉਹਨਾਂ ਨੂੰ ਕਿਸਾਨਾਂ ਨੂੰ ਉਹਦਾ ਮੁੱਲ ਹੀ ਨਹੀਂ ਮਿਲ ਪਾਉਂਦਾ। ਜਿਹੜੀ ਮੱਕੀ ਨੂੰ ਪੀਜ਼ੇ ਦੇ ਉੱਪਰ ਲਗਾ ਕੇ 700-800 ਰੁਪਏ ਦਾ ਇੱਕ ਪੀਜ਼ਾ ਵੇਚਿਆ ਜਾਂਦਾ ਆ ਔਰ ਉਹ ਕਿਸਾਨ ਦੀ 1 ਕੁਇੰਟਲ ਮੱਕੀ ਦਾ ਰੇਟ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਆ, ਕਿ ਜਾਂ ਇੱਥੇ 700-800 ਰੁਪਏ ਦੇ ਵਿੱਚ ਪੀਜ਼ੇ ਦੇ ਉੱਪਰ 4 ਦਾਣੇ ਪਾ ਕੇ ਇੰਨਾ ਰੇਟ ਅਪ ਹੋ ਜਾਂਦਾ ਹੈ। ਉੱਥੇ ਹੀ ਇਨ੍ਹਾਂ ਫਸਲੀ ਚੱਕਰਾਂ ਤੋਂ ਨਿਕਲਣ ਦੇ ਲਈ ਖਾਸ ਤੌਰ ਦੇ ਉੱਪਰ ਹੋਰ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਨਵੇਂ-ਨਵੇਂ ਫਰੂਟਸ ਜਿਹੜੇ ਪੰਜਾਬ ਦੀ ਧਰਤੀ ਤੇ ਇਸ ਧਰਤੀ 'ਚ ਹੋ ਸਕਦੇ ਨੇ, ਜਿਨ੍ਹਾਂ ਵਿੱਚੋਂ ਅੱਜ ਅਸੀਂ ਜਿਨ੍ਹਾਂ ਬਾਬਤ ਗੱਲ ਕਰ ਰਹੇ ਹਾਂ, ਤਾਂ ਜੋ ਕਿਸਾਨ ਆਪਣਾ ਪ੍ਰੋਫਿਟ ਵੀ ਲੈ ਸਕਣ ਔਰ ਬਿਮਾਰੀਆਂ ਜਿਹੜੀਆਂ ਜਦੋਂ ਬਹੁਤ ਜ਼ਿਆਦਾ ਹੋ ਜਾਂਦੀਆਂ, ਕਰੋਨਾ ਦਾ ਦੌਰ ਹੈ, ਡੇਂਗੂ ਦਾ ਦੌਰ ਹੈ, ਤਾਂ ਉਸ ਦੌਰਾਨ ਵੀ ਜਿਹੜੇ ਸੈੱਲ ਹੈਗੇ ਆ ਜਿਨ੍ਹਾਂ ਲੋਕਾਂ ਦੇ ਘਟ ਜਾਂਦੇ ਆ ਕਿਉਂਕਿ ਪ੍ਰੋਬਲਮਸ ਸਰੀਰ ਬੋਡੀ 'ਚ ਜਦੋਂ ਹੋ ਜਾਂਦੀਆਂ ਫਿਰ ਉਹ ਫਰੂਟ ਡਾਕਟਰ ਦੇ ਦੁਆਰਾ ਸੁਜੈਸਟ ਕੀਤੇ ਜਾਂਦੇ ਨੇ ਕਿ ਤੁਸੀਂ ਇਸ ਫਰੂਟ ਨੂੰ ਖਾਓ। ਸੋ ਉਹ ਫਰੂਟ ਪਹਿਲਾਂ ਹੀ ਜਿਹੜੇ ਨੇ ਉਹ ਘਰਾਂ ਵਿੱਚ ਲੱਗੇ ਹੋਣ ਤਾਂ ਲੋਕਾਂ ਨੂੰ ਪ੍ਰੋਬਲਮਸ ਕ੍ਰੀਏਟ ਨਾ ਹੋਣ ਬਾਹਰ ਤੋਂ ਖਰੀਦਣ ਦੀਆਂ, ਸੋ ਉਹਨਾਂ ਦਾ ਪੈਸਾ ਜਿਹੜਾ ਆ ਉਹ ਵੀ ਵੇਸਟ ਨਾ ਹੋਵੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਕੋਸਟਲੀ ਮਿਲਦੀਆਂ ਨੇ, ਬਾਹਰ ਤੋਂ ਮੰਗਾਉਂਦੇ ਆ, ਕੀਵੀ ਫਰੂਟ ਜਿਹੜਾ ਉਹ ਵੀ ਬਾਹਰ ਤੋਂ ਆਉਂਦਾ ਹੈ, ਬੱਕਰੀ ਦਾ ਦੁੱਧ ਜਿਹੜਾ ਹੈ ਉਹ ਵੀ ਬਹੁਤ ਮਹਿੰਗਾ ਮਿਲਦਾ ਹੈ। ਸੋ ਲੋਕ ਕਿਤੇ ਨਾ ਕਿਤੇ ਮੁਸ਼ਕਿਲ ਦੁਵਿਧਾ 'ਚ ਫਸ ਜਾਂਦੇ ਨੇ, ਇੱਕ ਪਾਸੇ ਤਾਂ ਡਾਕਟਰ ਦਾ ਬਿੱਲ ਦੇਣਾ ਹੁੰਦਾ ਹੈ, ਦੂਜੇ ਪਾਸੇ ਜਿਹੜੇ ਫਰੂਟ ਵਗੈਰਾ ਉਹ ਖਾਣੇ ਹੁੰਦੇ ਆ ਤਾਂ ਉਹਨਾਂ ਦਾ ਡਬਲ ਖਰਚਾ ਹੁੰਦਾ ਹੈ। ਸੋ ਬਹੁਤ ਵਧੀਆ ਕਿ ਤੁਸੀਂ ਇੱਕ ਅੱਛੇ ਤਰੀਕੇ ਦੇ ਨਾਲ ਹੱਥਾਂ 'ਚ ਚੂੜਾ ਪਾ ਕੇ ਮਿੱਟੀ ਨਾਲ ਮਿੱਟੇ ਹੋਏ ਹੋ ਤੇ ਅੱਜ ਰੁਜ਼ਗਾਰ ਨੂੰ ਸਥਾਪਿਤ ਜਿਹੜਾ ਉਹ ਤੁਸੀਂ ਕਰ ਲਿਆ। ਹਾਂਜੀ ਹਾਂਜੀ ਜੀ, ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ। ਉਸ ਟਾਈਮ ਲੱਗਦਾ ਸੀਗਾ ਪ੍ਰੋਬਲਮ, ਬਟ ਨਹੀਂ, ਅੱਜ ਬਹੁਤ ਵਧੀਆ। ਔਰ ਫੈਮਿਲੀ ਨੇ, ਸਹੁਰਾ ਪਰਿਵਾਰ ਨੇ ਵੀ ਪੂਰਾ ਸਾਥ ਦਿੱਤਾ ਹੈ ਤੁਹਾਡਾ ਉਸ ਸਮੇਂ ਦੌਰਾਨ? ਹਾਂਜੀ ਹਾਂਜੀ ਜੀ, ਸਾਰੀ ਸਪੋਰਟ ਸੀ ਫੈਮਿਲੀ ਦੀ, ਪੇਕਿਆਂ ਵੱਲੋਂ ਵੀ ਸਹੁਰਿਆਂ ਵੱਲੋਂ ਵੀ। ਐਜੂਕੇਸ਼ਨ ਕੀ ਹੈ ਤੁਹਾਡੀ? ਮੇਰੀ ਜੀ MCA ਆ। MCA ਕੀਤੀ ਹੋਈ ਆ ਤੇ ਅੱਜ ਮਿੱਟੀ 'ਚ ਸੋਨਾ ਉਗਾ ਲਿਆ। ਹਾਂਜੀ। ਸੋ ਬੜਾ ਬਾਖੂਬ ਹੈ ਕਿ ਇਹਨਾਂ ਨੇ ਆਪਣੇ ਹਸਬੈਂਡ ਦਾ ਪੂਰਾ ਸਾਥ ਦਿੱਤਾ ਤੇ ਮਾਸਟਰਸ ਕੀਤੀ ਹੋਈ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ, ਤੇ ਨਾਲ ਦੀ ਨਾਲ ਹੀ ਹੁਣ ਮਾਸਟਰਸ ਜਿਹੜੀ ਆ ਖੇਤੀ ਵਿੱਚ ਵੀ ਲਗਭਗ ਹੋ ਹੀ ਚੁੱਕੀ ਹੈ, ਕਿਉਂਕਿ ਇੰਨੀ ਕੁ ਪ੍ਰੈਕਟਿਸ ਤਾਂ ਤੁਹਾਡੀ ਹੁਣ ਹੋ ਹੀ ਗਈ ਹੋਣੀ, ਹੁਣ ਤਾਂ ਤੁਹਾਨੂੰ ਸਾਰਾ ਪਤਾ ਹੋਣਾ ਕਿ ਖੇਤੀ ਕਿੱਦਾਂ ਹੁੰਦੀ ਹੈ। ਹਾਂਜੀ ਜੀ, ਬਸ ਜਦੋਂ ਕਹਿੰਦੇ ਲੱਗ ਪਈਏ ਵਾਹ ਪਿਆ ਜਾਣੇ ਤਰਾਹ ਪਿਆ ਜਾਣੇ, ਬਸ। ਖੇਤਾਂ ਦੇ ਜਾਏ ਜਿਹੜੇ ਹਨਾ ਇਸ ਮਿੱਟੀ 'ਚੋਂ ਉੱਗੇ ਨੇ, ਉਹਨਾਂ ਨੂੰ ਸ਼ਾਇਦ ਲੋੜ ਨਹੀਂ ਹੁੰਦੀ ਸਮਝਣ ਦੀ, ਉਹਨਾਂ ਨੂੰ ਕੋਈ ਬਹੁਤੀ ਦੇਰ ਨਹੀਂ ਲੱਗਦੀ ਕਿ ਇਹਨਾਂ ਰੁੱਖਾਂ ਨੂੰ ਕਿਵੇਂ ਪਿਆਰ ਦੇ ਨਾਲ ਕਿਸ ਤਰੀਕੇ ਨਾਲ ਉਗਾਉਣਾ ਹੈ। ਬਿਲਕੁਲ ਹੈ ਨਾ। ਹਾਂਜੀ ਹਾਂਜੀ, ਇਹ ਮੋਹ ਜਿਹੜਾ ਪੈ ਜਾਂਦਾ, ਅੱਜ ਪੈ ਚੁੱਕਿਆ ਹੈ ਮੋਹ, ਹਨਾ ਇਸ ਖੇਤੀ ਨਾਲ। ਪਹਿਲੋਂ ਨਹੀਂ ਸੀ, ਬਟ ਜਦੋਂ ਲੱਗੇ ਆ ਫੇਰ ਉਸੇ ਕਹਿੰਦੇ ਨੇ ਜੋ ਕਰੀਏ ਉਹਦੇ ਨਾਲ ਹੀ ਪਿਆਰ ਹੋ ਜਾਂਦਾ ਹੈ,
ਉਹੀ ਗੱਲ ਸਾਡੇ ਨਾਲ ਹੋਈ ਫੁੱਲਾਂ ਦੇ ਨਾਲ ਹੀ ਬਹੁਤ ਕਰ ਗਿਆ। ਬਹੁਤ ਬਾਖੂਬ ਹੈ। ਔਰ ਇਹ ਖੇਤੀ ਜਿਹੜੀ ਹੈ ਕੀਤੀ ਪਹਿਲਾਂ ਅਸੀਂ ਖੇਤੀ ਦੀ ਨਿਰੀ ਗੱਲ ਨਹੀਂ ਕਰਾਂਗੇ, ਇਹ ਜਿਹੜਾ ਇਸ ਤਰੀਕੇ ਦੇ ਨਾਲ ਪਿਆਰ ਦੇ ਨਾਲ ਇਹਨਾਂ ਨੂੰ ਰੁੱਖਾਂ ਨੂੰ ਉਗਾਇਆ ਆ, ਬੇਸ਼ੱਕ ਰੁਜ਼ਗਾਰ ਵੀ ਹੈ ਪਰ ਉਹਦੇ ਨਾਲ ਨਾਲ ਪਿਆਰ ਜਿਹੜਾ ਉਹ ਵੀ ਝਲਕਦਾ ਆ ਇਸ ਪਰਿਵਾਰ ਦਾ, ਇਹਨਾਂ ਹਸਬੈਂਡ ਵਾਈਫ ਦਾ, ਕਿ ਇਹਨਾਂ ਨੇ ਇਸ ਪਿਆਰ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ।